ਜੇਕਰ ਮੋਰ ਦੈਨ 1 ਪਿਸਟਲਸ ਪ੍ਰੈਜ਼ੈਂਟ ਹੋਣਗੇ ਤਾਂ ਆਪਸ ਦੇ ਵਿੱਚ ਫਿਊਜ਼ਡ ਵੀ ਹੋ ਸਕਦੇ ਆ ਐਂਡ ਅਗਰ ਉਹ ਜੇ ਫਿਊਜ਼ਡ ਹੋਣਗੇ ਤਾਂ ਉਸ ਕੰਡੀਸ਼ਨ ਨੂੰ ਆਪਾਂ ਕਹਾਂਗੇ ਸਿੰਕਾਰਪਸ ਠੀਕ ਹੈ ਸਿੰਕਾਰਪਸ ਓਵਰੀ ਯੂ ਕੈਨ ਸੀ ਸਿੰਕਾਰਪਸ ਕੰਡੀਸ਼ਨ ਆ ਓਵਰੀ ਤਾਂ ਨਹੀਂ ਹੋਣੀ ਰਾਈਟ ਉਹਦੇ ਵਿੱਚ ਤਾਂ ਕਾਫੀ ਸਾਰੀ ਓਵਰੀਜ਼ ਨੇ ਠੀਕ ਹੈ ਐਂਡ ਉਹ ਫ੍ਰੀ ਵੀ ਹੋ ਸਕਦੇ ਆ ਅਗਰ ਫ੍ਰੀ ਨੇ ਮਲਟੀਕਾਰਪੈਲਰੀ ਕੰਡੀਸ਼ਨ ਦੇ ਵਿੱਚ ਅਗਰ ਜਿਹੜੇ ਪਿਸਟਲਸ ਨੇ ਉਹ ਫ੍ਰੀ ਨੇ ਤਾਂ ਉਸਨੂੰ ਆਪਾਂ ਕਹਾਂਗੇ ਐਪੋਕਾਰਪਸ ਠੀਕ ਹੈ ਸਿੰਕਾਰਪਸ ਦਾ ਬੈਸਟ ਐਗਜ਼ਾਮਪਲ ਇਜ਼ syncarpus means fused papiver right and apocarpus means free ਇਹਦਾ ਬੈਸਟ ਐਗਜ਼ਾਮਪਲ ਹੈ ਕਮਾਸ਼ੀਲੀਆ ਠੀਕ ਹੈ ਹਰ ਇੱਕ ਪਿਸਟਲ ਕੋਲ 3 ਪਾਰਟ ਹੁੰਦੇ ਆ ਸਟਿਗਮਾ ਸਟਾਈਲ ਤੇ ਓਵਰੀ ਜਿਹੜੀ ਸਟਿਗਮਾ ਹੈ ਉਹ ਕੀ ਹੈ ਲੈਂਡਿੰਗ ਪਲੇਟਫਾਰਮ ਆ ਮਤਲਬ ਜਿਹਦੇ ਉੱਪਰ ਆ ਕੇ ਜਿਹੜੇ ਪੋਲਨ ਗ੍ਰੇਨਸ ਨੂੰ ਡਿੱਗਦੇ ਨੇ ਦੈਟ ਇਜ਼ ਕਾਲਡ ਦ ਸਟਿਗਮਾ ਜਿਹੜੀ ਸਟਾਈਲ ਆ ਉਹ ਕੀ ਹੈ ਐਲੋਂਗੇਟਡ ਸਲੈਂਡਰ ਪਾਰਟ ਆ ਜਿਹੜਾ ਕਿ ਸਟਿਗਮਾ ਦੇ ਨੀਚੇ ਪ੍ਰੈਜ਼ੈਂਟ ਹੁੰਦਾ ਠੀਕ ਹੈ ਸਟਿਗਮਾ ਸਭ ਤੋਂ ਉੱਪਰਲਾ ਪਾਰਟ ਹੋਊਗਾ ਸਟਿਗਮਾ ਉਹਦੋਂ ਨੀਚੇ ਹੋਊਗਾ ਕਾਫੀ ਲੰਬਾ ਪਤਲਾ ਪਾਰਟ ਜਿਹਨੂੰ ਕਿ ਆਪਾਂ ਕਹਿੰਦੇ ਹਾਂ ਸਟਾਈਲ ਜਿਹਦੇ ਥਰੂ ਜਿਹੜੀ ਪੋਲਨ ਟਿਊਬ ਆ ਉਹ ਕੀ ਹੈ ਪਾਸ ਕਰਦੀ ਆ ਵੈਨ ਇਟ ਵਨਸ ਇਟ ਇਜ਼ ਟਰਮੀਨੇਟਡ ਠੀਕ ਹੈ ਤੇ ਸਟਿਗਮਾ ਦੇ ਨੀਚੇ ਠੀਕ ਹੈ ਸਟਾਈਲ ਦੇ ਨੀਚੇ ਇੱਕ ਬੇਸ ਸਭ ਤੋਂ ਨੀਚੇ ਬੇਸਲ ਬਲਜ ਪਾਰਟ ਪ੍ਰੈਜ਼ੈਂਟ ਹੁੰਦਾ ਗਾ ਜਿਹਨੂੰ ਆਪਾਂ ਕਹਾਂਗੇ ਓਵਰੀ ਤੇ ਓਵਰੀ ਦੇ ਅੰਦਰ ਹੁੰਦੀ ਹੈ ਓਵੇਰੀਅਨ ਕੈਵਿਟੀ ਤੇ ਜਿਹੜਾ ਪਲਾਸੈਂਟਾ ਓਵੇਰੀਅਨ ਕੈਵਿਟੀ ਦੇ ਅੰਦਰ ਪ੍ਰੈਜ਼ੈਂਟ ਹੁੰਦਾ ਤੇ ਪਲਾਸੈਂਟਾ ਇਜ਼ ਅ ਟਿਸ਼ੂ ਜਿਹਦੇ ਨਾਲ ਜਿਹੜੇ ਓਵਿਊਲਸ ਨੇ ਉਹ ਅਟੈਚ ਹੁੰਦੇ ਨੇ ਵਿਦ ਦ ਹੈਲਪ ਆਫ ਅ ਸਟਾਕ ਕਾਲਡ ਦ ਫਿਊਨਿਕਲ ਠੀਕ ਹੈ ਤੇ ਟਾਈਪਸ ਆਫ ਪਲਾਸੈਂਟਿਨ ਹਜੇ ਆਪਾਂ ਨੇ ਪੜ੍ਹੀ ਨਹੀਂ ਹੈਗੀ ਐਗਜ਼ਾਈਲ ਬੇਸਲ ਪੈਰੈਂਟਲ ਠੀਕ ਹੈ ਆਪਾਂ ਪੜ੍ਹਾਂਗੇ ਮੋਰਫੋਲੋਜੀ ਚੈਪਟਰ ਦੇ ਵਿੱਚ ਤੇ ਹੁਣ ਆਪਾਂ ਨੇ ਇਹਦੇ ਕੁਝ ਫਿਗਰਸ ਦਿੱਤੀਆਂ ਹੋਈਆਂ ਨੇ ਫਸਟ ਇਜ਼ ਦ dissected flower of hibiscus showing pistil only ਠੀਕ ਹੈ ਬਾਕੀ ਜਿਹੜੇ ਫਲੋਰਲ ਪਾਰਟਸ ਨੇ ਉਹਨਾਂ ਨੂੰ ਇੱਥੇ ਰਿਮੂਵ ਕਰ ਦਿੱਤਾ ਗਿਆ ਹੈਗਾ ਠੀਕ ਹੈ ਸਭ ਤੋਂ ਨੀਚੇ ਆਪਾਂ ਨੂੰ ਥੈਲਮਸ ਨਾਲ ਅਟੈਚਡ ਦੇਖਣ ਨੂੰ ਮਿਲ ਰਹੀ ਹੈ ਓਵਰੀ ਤੋਂ ਅੱਗੇ ਲੌਂਗ ਕਾਫੀ ਜ਼ਿਆਦਾ ਇਲੋਂਗੇਟਡ ਸਲੈਂਡਰ ਪਾਰਟ ਚਾਰੇਗਾ ਦੈਟ ਇਜ਼ ਦ ਸਟਾਈਲ ਤੇ ਸਭ ਤੋਂ ਉੱਪਰ ਆਪਾਂ ਨੂੰ ਸਟਿਗਮਾ ਦੇਖਣ ਨੂੰ ਮਿਲ ਰਹੀ ਨੇ ਠੀਕ ਹੈ ਐਂਡ ਇਹ ਕੀ ਆ ਸਿੰਕਾਰਪਸ ਮੀਨਸ ਫਿਊਜ਼ਡ ਓਵਰੀ ਦਾ ਐਗਜ਼ਾਮਪਲ ਆ ਠੀਕ ਹੈ ਤੇ ਫਿਗਰ ਆ ਪੈਪੀਵਰ ਠੀਕ ਹੈ ਆਈ ਦਾ ਸਟਿਗਮਾ ਹੈਗਾ ਹੇਅਰ we have the best example of the apocarpus means free ovary ठीक है मल्टी कार्पेलरी कंडीशन है हाँ काफ़ी सारे कार्पल्स ने जोड़े के फ्री ने ठीक है ਤੇ ਐਂਡ ਤੇ ਆਪਾਂ ਨੂੰ ਡਾਇਗਰਾਮੈਟਿਕ ਵਿਊ ਦਿੱਤਾ ਹੈਗਾ ਇੱਕ ਟਿਪੀਕਲ ਐਨਾਟੋਪਸ ਓਵਿਊਲ ਦਾ ਐਨਾਟੋਪਸ ਓਵਿਊਲ ਕਿੱਦਾਂ ਹੁੰਦਾ ਫੋਰ ਐਗਜ਼ਾਮਪਲ ਇਹ ਪਲਾਸੈਂਟਾ ਤਾਂ ਪਲਾਸੈਂਟਾ ਦੇ ਨਾਲ ਐਦਾਂ ਉਲਟਾ ਕਰਕੇ ਅਟੈਚਡ ਹੁੰਦਾ ਓਵਿਊਲ ਉਹਨੂੰ ਆਪਾਂ ਐਨਾਟੋਪਸ ਕਹਿੰਦੇ ਹਾਂ ਠੀਕ ਹੈ ਤੇ ਇੱਥੇ ਉਹਨੂੰ ਐਨਾਟੋਪਸ ਓਵਿਊਲ ਨੂੰ ਉਲਟਾ ਕਰਕੇ ਦਿੱਤਾ ਹੋਏਗਾ ਡਾਇਗਰਾਮ ਦੇ ਵਿੱਚ ਠੀਕ ਹੈ ਆਹ ਫਿਊਨਿਕਲ ਆ ਜਿਹਦੇ ਨਾਲ ਉਹ ਅਟੈਚਡ ਹੋਊਗਾ ਆਹ ਹਾਈਲਮ ਇਜ਼ ਦ ਜੰਕਸ਼ਨ ਜਿੱਥੇ ਫਿਊਨਿਕਲ ਜਿਹੜੀ ਓਵਿਊਲ ਨਾਲ ਫਿਊਜ਼ ਕਰਦੀ ਹੈਗੀ ਠੀਕ ਹੈ ਦਿਸ ਵਨ ਜੰਕਸ਼ਨ ਠੀਕ ਹੈ ਆਹ ਵਾਲਾ ਤੇ ਉਹਦੇ ਕੋਲ 2 ਵਾਲ ਲੇਅਰਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਇੰਟੈਗਮੈਂਟਸ ਕਹਿੰਦੇ ਹਾਂ ਐਂਡ ਆਹ ਫਿਊਨਿਕਲ ਆ ਹਾਈਲਮ ਇਜ਼ ਦ ਜੰਕਸ਼ਨ ਠੀਕ ਹੈ ਮਾਈਕਰੋਬਾਈਲ ਇਜ਼ ਦ ਰੀਜਨ ਜਿੱਥੇ ਜਿਹੜੀਆਂ ਵਾਲਸ ਨੇ ਠੀਕ ਹੈ ਓਵਿਊਲ ਦੀਆਂ ਉਹ ਐਬਸੈਂਟ ਹੁੰਦੀਆਂ ਨੇ ਠੀਕ ਹੈ ਇਟ ਇਜ਼ ਅ ਪੋਰ ਠੀਕ ਹੈ ਤੇ ਮਾਈਕਰੋਬਾਈਲਰ ਪੋਲ ਹੈ ਨੀਚੇ ਚਲਾਜ਼ਰ ਪੋਲ ਆ ਬਾਹਰਲੀ ਆਊਟਰ ਇੰਟੈਗਮੈਂਟ ਅੰਦਰਲੀ ਇਨਰ ਇੰਟੈਗਮੈਂਟ ਨਿਊਸੈਲਸ ਤੇ ਨਿਊਸੈਲਰ ਸੈਲਸ ਪ੍ਰੈਜ਼ੈਂਟ ਹੁੰਦੇ ਨੇ ਡਿਪਲੋਇਡ ਸੈਲ ਹੁੰਦੇ ਆ ਠੀਕ ਹੈ ਓਵਿਊਲ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਤੇ ਇਹਨਾਂ ਦੇ ਵਿੱਚੋਂ ਇੱਕ ਮਾਈਕਰੋਬਾਈਲਰ ਰੀਜਨ ਦੇ ਵਿੱਚ ਪ੍ਰੈਜ਼ੈਂਟ ਸੈਲ ਜਿਹੜਾ ਹੈਗਾ ਉਹ ਮੈਗਾਸਪੋਰਮਾ ਦੇ ਸੈਲ ਇੰਟਰੈਕਟ ਕਰਕੇ ਅੱਗੇ ਸੀਕੁਐਂਸ਼ੀਅਲ ਸਟੈਪਸ ਦੇ ਨਾਲ ਕੀ ਕਰਦਾ ਐਮਬ੍ਰਿਓਸੈਕ ਬਣਾ ਲੈਂਦਾ ਤੇ ਇੱਥੇ ਆਹ ਵਾਲਾ ਐਮਬ੍ਰਿਓਸੈਕ ਬਣਿਆ ਹੋਏਗਾ ਤੇ ਪਲਾਸੈਂਟਾ ਤੋਂ ਕੌਣ ਅਰਾਈਜ਼ ਕਰਦਾ ਠੀਕ ਹੈ ਪਲਾਸੈਂਟਾ ਤੋਂ ਕੌਣ ਅਟੈਚ ਹੁੰਦਾ ਮੈਗਾਸਪੋਰੈਂਜੀਆ ਨੂੰ ਹੋਰ ਕੁਝ ਨਹੀਂ ਓਵਿਊਲ ਹੀ ਕਿਹਾ ਜਾਂਦਾ ਮਤਲਬ ਓਵਿਊਲ ਨੂੰ ਹੀ ਮੈਗਾਸਪੋਰੈਂਜੀਆ ਕਿਹਾ ਜਾਂਦਾ ਹੈਗਾ ਜਿਹੜੇ ਨੰਬਰ ਆਫ ਓਵਿਊਲਸ ਨੇ ਠੀਕ ਹੈ ਇੱਕ ਓਵਰੀ ਦੇ ਵਿੱਚ ਠੀਕ ਹੈ ਇੱਕ ਓਵਰੀ ਦੇ ਵਿੱਚ ਸਿਰਫ ਇੱਕ ਓਵਿਊਲ ਵੀ ਹੋ ਸਕਦਾ ਤੁਸੀਂ ਕਿੱਦਾਂ ਪਤਾ ਕਰੋਗੇ ਕਿ ਇੱਕ ਓਵਰੀ ਦੇ ਵਿੱਚ ਇੱਕੋ ਹੀ ਓਵਲ ਸੀ ਜਦੋਂ ਤੁਸੀਂ ਫਰੂਟ ਖਾਂਦੇ ਹੋ ਅਗਰ ਕਿਸੇ ਫਰੂਟ ਦੇ ਵਿੱਚ ਸਿਰਫ ਇੱਕੋ ਹੀ ਸੀਡ ਨਿਕਲਦਾ ਇਹਦਾ ਮਤਲਬ ਕਿ ਇੱਕ ਓਵਰੀ ਦੇ ਵਿੱਚ ਸਿਰਫ ਇੱਕੋ ਹੀ ਓਵਿਊਲ ਸੀਗਾ ਠੀਕ ਹੈ ਅਗਰ ਇੱਕ ਤੋਂ ਵੱਧ ਸੀਡ ਨਿਕਲਦੇ ਨੇ ਦੈਟ ਮੀਨਸ ਇੱਕ ਓਵਰੀ ਦੇ ਵਿੱਚ ਕੀ ਸੀ ਮਲਟੀਪਲ ਓਵਿਊਲ ਪ੍ਰੈਜ਼ੈਂਟ ਸੀਗੀ ਠੀਕ ਹੈ ਇਹਦੇ ਨਾਲ ਤੁਸੀਂ ਹੋਰ ਵੀ ਐਗਜ਼ਾਮਪਲਸ ਤੁਸੀਂ ਆਪਦੇ ਬਣਾ ਸਕਦੇ ਕਿਉਂਕਿ ਫਰੂਟਸ ਤਾਂ ਤੁਸੀਂ ਖਾਧੀ ਹੋਣੀ ਰਾਈਟ ਤੇ ਅਗਰ ਇੱਕ ਪ੍ਰੈਜ਼ੈਂਟ ਆ ਠੀਕ ਹੈ ਤਾਂ ਉਹਦਾ ਐਗਜ਼ਾਮਪਲ ਹੈਗਾ ਗਾ ਵੀਟ ਪੈਡੀ ਕਿਹਨੂੰ ਕਹਿੰਦੇ ਰਾਈਸ ਮੈਂਗੋ ਠੀਕ ਹੈ ਤੇ ਮੈਨੀ ਵੀ ਹੋ ਸਕਦੇ ਜਿਵੇਂ ਕਿ ਪਪਾਇਆ ਵਾਟਰਮੈਲਨ ਤੇ ਆਰਚਿਡਸ ਠੀਕ ਹੈ ਹੁਣ ਆਪਾਂ ਮੈਗਾਸਪੋਰੈਂਜੀਅਮ ਦੀ ਗੱਲ ਕਰਦੇ ਹਾਂ ਟਿਪੀਕਲ ਐਂਜੀਓਸਪਰਮ ਦੇ ਓਵਿਊਲ ਨਾਲ ਆਪਣੀ ਫੈਮਿਲਰਾਈਜ਼ ਕਰਦੇ ਹਾਂ ਜਿਹੜਾ ਓਵਿਊਲ ਹੁੰਦਾ ਸਮੋਲ ਸਟਰਕਚਰ ਹੁੰਦਾ ਜਿਹੜਾ ਕਿ ਪਲਾਸੈਂਟਾ ਨਾਲ ਅਟੈਚ ਹੁੰਦਾ ਹੈਗਾ
ਬਾਈ ਮੀਨਸ ਆਫ ਅ ਸਟਾਕ, ਇੱਕ ਸਟਾਕ ਦੀ ਮਦਦ ਨਾਲ, ਜਿਸ ਸਟਾਕ ਨੂੰ ਕਿਹਾ ਜਾਂਦਾ ਗਾ ਫਿਊਨਿਕਲ। ਠੀਕ ਹੈ, ਜਿਹੜੀ ਓਵਿਊਲ ਦੀ ਬੋਡੀ ਆਫ ਯੂਜ਼ ਕਰਦੀ ਹੈ ਕਿ ਫਿਊਨਿਕਲ ਦੇ ਨਾਲ ਇਨ ਦ ਰੀਜਨ ਕਾਲਡ ਦਾ ਹਾਈਲਮ, ਹਾਈਲਮ ਰੀਜਨ ਦੇ ਵਿੱਚ ਫਿਊਜ਼ਨ ਹੁੰਦੀ ਹੈਗੀ। ਦਸ ਜਿਹੜਾ ਹਾਈਲਮ ਆ ਉਹ ਕੀ ਹੈਗਾ, ਓਵਿਊਲ ਤੇ ਫਿਊਨਿਕਲ ਦਾ ਜੰਕਸ਼ਨ, ਉਹਨੂੰ ਕੀ ਹਾਈਲਮ ਕਿਹਾ ਜਾਂਦਾ ਗਾ। ਹਰੇਕ ਓਵਿਊਲ ਦੇ ਕੋਲ ਇੱਕ ਜਾਂ ਦੋ ਪ੍ਰੋਟੈਕਟਿਵ ਐਨਵੈਲਪਸ ਹੁੰਦੇ ਆ ਜਿਹਨਾਂ ਨੂੰ ਕਿ ਆਪਾਂ ਇੰਟੈਗਮੈਂਟਸ ਕਹਿੰਦੇ ਹਾਂ। ਠੀਕ ਹੈ, generally there are two integuments but sometimes there could be one or there could be three even। ਠੀਕ ਹੈ, ਇੰਟੈਗਮੈਂਟਸ ਜਿਹੜੇ ਆ ਉਹ ਕੀ ਨਿਊਸੈਲਸ ਨੂੰ ਸਾਰੇ ਕਿਤੇ ਐਨਸਰਕਲ ਕਰਦੀ ਆ, ਨਿਊਸੈਲਸ ਦੇ ਚਾਰੇ ਪਾਸੇ ਪ੍ਰੈਜ਼ੈਂਟ ਹੁੰਦੇ ਐਕਸੈਪਟਡ ਵਨ ਪੁਆਇੰਟ ਦੈਟ ਇਜ਼ ਦ ਟਿਪ। ਠੀਕ ਹੈ, ਜਿਹਨੂੰ ਕਿ ਆਪਾਂ ਮਾਈਕਰੋਪਾਈਲ ਕਹਿੰਦੇ ਹਾਂ। ਠੀਕ ਹੈ, ਇਟ ਇਜ਼ ਅ ਸਮੂਲ ਓਪਨਿੰਗ। ਓਪੋਜ਼ਿਟ ਜਦੋਂ ਮਾਈਕਰੋਪਾਈਲ ਐਂਡ ਆਪਾਂ ਨੂੰ ਚਲਾ ਜਾ ਦੇਖਣ ਨੂੰ ਮਿਲਦਾ ਹੈਗਾ ਜਿਹੜਾ ਕਿ ਓਵਿਊਲ ਦੇ ਬੇਸਲ ਪਾਰਟ ਨੂੰ ਰੈਪਰੈਜ਼ੈਂਟ ਕਰਦਾ ਹੈਗਾ। ਇੰਟੈਗਮੈਂਟਸ ਦੇ ਅੰਦਰ ਕੀ ਹੁੰਦਾ ਹੈਗਾ, ਇੱਕ ਮਾਸ ਆਫ ਸੈਲਸ ਹੁੰਦਾ ਜਿਹਨੂੰ ਕਿ ਨਿਊਸੈਲਸ ਕਿਹਾ ਜਾਂਦਾ। ਨਿਊਸੈਲਸ ਦੇ ਜਿਹੜੇ ਸੈਲਸ ਹੁੰਦੇ ਆ ਉਹਨਾਂ ਦੇ ਕੋਲ ਅਬੰਡੈਂਟ ਫੂਡ ਰਿਜ਼ਰਵ ਹੁੰਦੇ ਆ। ਠੀਕ ਹੈ, ਅਬੰਡੈਂਟ ਰਿਜ਼ਰਵ ਫੂਡ ਮਟੀਰੀਅਲਸ ਹੁੰਦੇ ਆ ਕਿਉਂਕਿ ਜਿਹੜਾ ਨਿਊਸੈਲਸ ਹੈ ਉਹੀ ਨਰਿਸ਼ਮੈਂਟ ਪ੍ਰੋਵਾਈਡ ਕਰਦਾ ਹੈਗਾ ਟੂ ਦ ਐਮਬ੍ਰਿਓਸੈਕ। ਠੀਕ ਹੈ, ਅਤੇ ਨਿਊਸੈਲਸ ਦੇ ਅੰਦਰ ਕੀ ਹੁੰਦਾ ਹੈਗਾ, ਐਮਬ੍ਰਿਓਸੈਕ ਹੁੰਦਾ ਹੈਗਾ ਜਿਹਨੂੰ ਕਿ ਫੀਮੇਲ ਗੈਮੀਟੋਫਾਈਟ ਵੀ ਕਿਹਾ ਜਾਂਦਾ। ਜਿਵੇਂ ਇੱਕ ਓਵਿਊਲ ਹੈ, ਇੱਕ ਓਵਿਊਲ ਦੇ ਵਿੱਚ ਜਨਰਲੀ ਬਟ ਨਾਟ ਆਲਵੇਜ਼, ਠੀਕ ਹੈ, ਔਰ ਯੂ ਕੈਨ ਸੇ ਨਾਟ ਐਕਸਕਲੂਸਿਵਲੀ, ਠੀਕ ਹੈ, ਜਨਰਲੀ ਇੱਕ ਓਵਿਊਲ ਦੇ ਵਿੱਚ ਸਿਰਫ ਇੱਕੋ ਹੀ ਐਮਬ੍ਰਿਓਸੈਕ ਜਿਹੜਾ ਹੈਗਾ ਪਾਇਆ ਜਾਂਦਾ, ਸਿਰਫ ਇੱਕੋ ਹੀ ਐਮਬ੍ਰਿਓਸੈਕ ਬਣੇਗਾ। ਬਟ ਕਈ ਵਾਰੀ ਮਲਟੀਪਲ ਐਮਬ੍ਰਿਓਸੈਕਸ ਵੀ ਬਣ ਸਕਦੇ ਨੇ, ਜਿਹੜਾ ਕਿ ਤੁਸੀਂ ਇਸ ਚੈਪਟਰ ਦੇ ਲਾਸਟ ਟੋਪਿਕ ਦੈਟ ਇਜ਼ ਪੋਲੀਐਮਬ੍ਰਿਓਨੀ ਦੇ ਵਿੱਚ ਪੜ੍ਹੋਗੇ। ਠੀਕ ਹੈ, ਨੈਕਸਟ ਇਜ਼ ਮੈਗਾਸਪੋਰੋਜੈਨੇਸਿਸ, process of formation by the meiosis of the megaspore mother cell। ठीक है, process of formation of megaspores by the meiosis of the megaspore mother cell is called as the megasporogenesis। as simple as that। ओव्यूल ਜਿਹੜੇ ਆ ਜਨਰਲੀ ਡਿਫਰੈਂਸ਼ੀਏਟ ਕਰਦੇ ਨੇ ਸਿੰਗਲ ਮੈਗਾਸਪੋਰ ਮਦਰ ਸੈਲ ਦੇ ਵਿੱਚ। ਠੀਕ ਹੈ, ਮਾਈਕਰੋਪਾਈਲਰ ਰੀਜਨ ਦੇ ਵਿੱਚ, ਮਾਈਕਰੋਪਾਈਲਰ ਰੀਜਨ ਦੇ ਵਿੱਚ ओव्यूल ਦੇ ਮਾਈਕਰੋਪਾਈਲਰ ਰੀਜਨ ਦੇ ਵਿੱਚ ਇੱਕ ਨਿਊਸੈਲਰ ਸੈਲ ਜਿਹੜਾ ਡਿਫਰੈਂਸ਼ੀਏਟ ਕਰਕੇ ਮੈਗਾਸਪੋਰ ਮਦਰ ਸੈਲ ਬਣਾਉਂਦਾ। ਮੈਗਾਸਪੋਰ ਮਦਰ ਸੈਲ ਦੇ ਕੁਝ ਕਰੈਕਟਰਿਸਟਿਕਸ ਹੁੰਦੇ ਆ ਕਿ ਉਹਦਾ ਡੈਂਸ ਸਾਈਟੋਪਲਾਜ਼ਮ ਹੁੰਦਾ, ਬਾਕੀ ਸੈਲਸ ਨਾਲੋਂ ਲਾਰਜ ਹੁੰਦਾ ਹੈਗਾ, ਉਹਦੇ ਕੋਲ ਪ੍ਰੋਮੀਨੈਂਟ ਨਿਊਕਲੀਅਸ ਹੁੰਦਾ। ਠੀਕ ਹੈ, ਠੀਕ ਹੈ, ओव्यूल ਦੇ ਮਾਈਕਰੋਪਾਈਲਰ ਰੀਜਨ ਦੇ ਵਿੱਚ ਇੱਕ ਨਿਊਸੈਲਰ ਸੈਲ ਡਿਫਰੈਂਸ਼ੀਏਟ ਕਰਦਾ ਹੈਗਾ ਟੂ ਫਾਰਮ ਦਾ ਮੈਗਾਸਪੋਰ ਮਦਰ ਸੈਲ। ਜਿਹੜਾ ਮੈਗਾਸਪੋਰ ਮਦਰ ਸੈਲ ਆ ਉਹ ਲਾਰਜ ਸੈਲ ਆ ਜਿਹਦੇ ਵਿੱਚ ਕੀ ਹੁੰਦਾ ਹੈਗਾ, ਡੈਂਸ ਸਾਈਟੋਪਲਾਜ਼ਮ ਹੁੰਦਾ ਐਂਡ ਪ੍ਰੋਮੀਨੈਂਟ ਨਿਊਕਲੀਅਸ ਹੁੰਦਾ। ਮੈਗਾਸਪੋਰ ਮਦਰ ਸੈਲ ਜਿਹੜਾ ਹੈਗਾ ਫਿਰ ਮਿਓਟਿਕ ਡਿਵੀਜ਼ਨ ਅੰਡਰਗੋ ਕਰਦਾ ਅਤੇ ਮੈਗਾਸਪੋਰਸ ਬਣਾਉਂਦਾ ਹੈਗਾ। ਵਟ ਇਜ਼ ਇੰਪੋਰਟੈਂਸ ਆਫ ਦ ਮੈਗਾਸਪੋਰ ਮਦਰ ਸੈਲ ਅੰਡਰਗੋਇੰਗ ਮਿਓਸਿਸ। ਠੀਕ ਹੈ, ਮੈਗਾਸਪੋਰ ਮਦਰ ਸੈਲ ਮਿਓਸਿਸ ਕਿਉਂ ਕਰਦਾ, ਕਿਉਂਕਿ ਐਂਡ 'ਤੇ ਆਪਾਂ ਨੇ ਐਗ ਬਣਾਉਣਾ ਅਤੇ ਐਗ ਹੁੰਦਾ ਹੈਗਾ ਹੈਪਲੋਇਡ। ਠੀਕ ਹੈ, ਅਤੇ ਮੈਗਾਸਪੋਰ ਮਦਰ ਸੈਲ ਹੁੰਦਾ ਹੈਗਾ ਡਿਪਲੋਇਡ, ਅਤੇ ਐਂਡ 'ਤੇ ਹੈਪਲੋਇਡ ਸਟਰਕਚਰ ਦਾ ਬਣਾਉਣਾ ਹੀ ਆ। ਅਤੇ ਮੈਗਾਸਪੋਰ ਮਦਰ ਸੈਲ ਕੀ ਕਰਦਾ, ਇਸ ਕਰਕੇ ਹੈਪਲੋਇਡ ਸਟਰਕਚਰ ਬਣਾਉਣ ਦੇ ਲਈ ਮਿਓਸਿਸ ਕਰ ਲੈਂਦਾ ਹੈਗਾ। ਮਿਓਸਿਸ ਦੇ ਨਾਲ 4 ਮੈਗਾਸਪੋਰਸ ਬਣਦੇ ਆ। ਜਿਹੜਾ ਸੀ ਹੈ ਸਭ ਤੋਂ ਪਹਿਲਾਂ ਕੀ ਸੀ, ਮਾਈਕਰੋਪਾਈਲਰ ਐਂਡ ਆ, ਉਹਦੇ ਵਿੱਚ ਆਪਾਂ ਨੂੰ ਨਿਊਸੈਲਸ ਦੇਖਣ ਨੂੰ ਮਿਲ ਰਿਹਾ ਅਤੇ ਉਹਦੇ ਅੰਦਰ ਆਪਾਂ ਨੂੰ ਇੱਕ ਮੈਗਾਸਪੋਰ ਮਦਰ ਸੈਲ ਦੇਖਣ ਨੂੰ ਮਿਲ ਰਿਹਾ। ਮੈਗਾਸਪੋਰ ਮਦਰ ਸੈਲ ਦੇ ਕਰੈਕਟਰਿਸਟਿਕਸ ਕੀ ਨੇ ਕਿ ਉਹ ਲਾਰਜ ਆ, ਉਹਦੇ ਕੋਲ ਡੈਂਸ ਸਾਈਟੋਪਲਾਜ਼ਮ ਆ ਐਂਡ ਇੱਕ ਪ੍ਰੋਮੀਨੈਂਟ ਨਿਊਕਲੀਅਸ ਆ। ਫਿਰ ਮੈਗਾਸਪੋਰ ਮਦਰ ਸੈਲ ਨੇ ਕੀਤੀ ਮਿਓਸਿਸ 1 ਅਤੇ ਉਹ ਤੋਂ ਕੀ ਬਣ ਗਿਆ, ਆਪਣੇ ਕੋਲ ਮੈਗਾਸਪੋਰ ਡਾਇਡ ਬਣ ਗਿਆ। ਫਿਰ ਮਿਓਸਿਸ 2 ਤੋਂ ਬਾਅਦ ਮੈਗਾਸਪੋਰ ਟੈਟਰਾਇਡ ਬਣ ਗਿਆ। ਫਿਰ ਮੈਗਾਸਪੋਰ ਟੈਟਰਾਇਡ ਬਣਿਆ ਅਤੇ ਉਹਦੇ ਵਿੱਚੋਂ ਜਿਹੜੇ ਮਾਈਕਰੋਪਾਈਲਰ ਐਂਡ ਕਰਨੀ 3 ਸੈਲ ਪ੍ਰੈਜ਼ੈਂਟ ਸੀਗੇ ਉਹ ਕਿਹੜੇ ਡੀਜਨਰੇਟ, ਸਿਰਫ ਚਲਾਜ਼ਾ ਲੈਣ ਵਾਲਾ ਇੱਕ ਸੈਲ ਬਚਿਆ ਅਤੇ ਉਹਦਾ ਜਿਹੜਾ ਨਿਊਕਲੀਅਸ ਹੈ ਚਲਾਜ਼ਾ ਲੈਣ ਵਾਲੇ ਇੱਕ ਮੈਗਾਸਪੋਰ ਦਾ, ਉਹਦਾ ਨਿਊਕਲੀਅਸ ਮਾਈਟੋਟਿਕਲੀ ਡਿਵਾਈਡ ਕਰਕੇ 2 ਨਿਊਕਲੀਅਸ ਬਣਾ ਲੈਂਦਾ ਗਾ। ਠੀਕ ਹੈ, ਅਤੇ ਜਿਹੜੇ ਦੋਨੋਂ ਨਿਊਕਲੀਅਸ ਨੇ ਪੋਲਸ ਕਨੀ ਸ਼ਿਫਟ ਹੋ ਜਾਂਦੇ ਨੇ। ਠੀਕ ਹੈ, ਪੋਲਸ ਕਨੀ ਸ਼ਿਫਟ ਹੋਣ ਤੋਂ ਬਾਅਦ ਹਰੇਕ ਨਿਊਕਲੀਅਸ ਫਿਰ ਮੈਸੇਜ ਕਰਦਾ। ਠੀਕ ਹੈ, ਤਾਂ ਇੱਕ ਪੋਲ ਦੇ ਵਿੱਚ ਬਣ ਗਏ 2 ਨਿਊਕਲੀਅਸ ਅਤੇ ਟੋਟਲ ਬਣ ਗਏ 4 ਨਿਊਕਲੀਅਸ। ਠੀਕ ਹੈ, 4 ਨਿਊਕਲੀਆਈ ਮੈਂ ਨਿਊਕਲੀਅਸ ਕਰੀ ਉਹਦੇ ਲਈ। ਫਿਰ ਉਹਦੇ ਬਾਅਦ ਜਿਹੜੇ 2 ਨਿਊਕਲੀਆਈ ਬਣੇ, ਠੀਕ ਹੈ, ਇੱਕ ਪੋਲ ਦੇ ਵਿੱਚ ਉਹ ਫਰਦਰ ਮਾਈਟੋਟਿਕ ਡਿਵੀਜ਼ਨ ਕਰਦੇ ਆ, ਮਤਲਬ ਯੂ ਕੈਨ ਸੀ ਸੀਕੁਐਂਸ਼ਲੀ 3 ਮਾਈਟੋਸਿਸ ਹੁੰਦੀਆਂ ਨੇ। ਸਭ ਤੋਂ ਪਹਿਲਾਂ ਮੈਗਾਸਪੋਰ ਦਾ ਇੱਕ ਨਿਊਕਲੀਅਸ ਸੀਗਾ, ਇੱਕ ਮਾਈਟੋਸਿਸ ਹੋਈ, ਫਿਰ ਦੂਜੀ ਹੋਈ, ਫਿਰ ਤੀਜੀ ਮਾਈਟੋਸਿਸ ਤੋਂ ਬਾਅਦ ਟੋਟਲ 8 ਨਿਊਕਲੀਅਰ ਸੈੱਲ ਬਣ ਗਿਆ, ਰਾਈਟ। ਅਤੇ ਇੱਕ ਪੋਲ ਦੇ ਉੱਪਰ 4 ਨਿਊਕਲੀਅਸ ਪ੍ਰੈਜ਼ੈਂਟ ਹੋਣਗੇ। ਉਹਦੇ ਬਾਅਦ ਪੋਲ ਤੋਂ ਜਿਹੜੇ 2 ਨਿਊਕਲੀਅਸ ਨੇ, ਠੀਕ ਹੈ, 2 ਨਿਊਕਲੀਆਈ ਨੇ, ਮੈਨੂੰ ਨਿਊਕਲੀਅਸ ਕਹਿਣ ਦੀ ਆਦਤ ਆ, 2 ਨਿਊਕਲੀਆਈ ਨੇ ਉਹ ਸੈਂਟਰ ਦੇ ਉੱਪਰ ਸ਼ਿਫਟ ਹੋ ਜਾਂਦੀ ਆ। ਠੀਕ ਹੈ, ਇਸੇ ਕਰਕੇ ਉਹਨਾਂ ਨੂੰ ਪੋਲਰ ਨਿਊਕਲੀਆਈ ਕਿਹਾ ਗਿਆ। ਕਿਉਂ ਕਿਹਾ ਗਿਆ, ਕਿਉਂਕਿ ਪੋਲਸ ਤੋਂ ਆਏ ਆ, ਰਾਈਟ। ਫਿਰ ਜਿਹੜੇ ਬਾਕੀ ਦੇ 3 ਨਿਊਕਲੀਅਰ ਹੈਗੇ, ਠੀਕ ਹੈ, ਚਲਾਜ਼ਾ ਐਂਡ ਕਨੀ ਜਿਹੜੇ 3 ਨਿਊਕਲੀਅਰ ਪ੍ਰੈਜ਼ੈਂਟ ਹੋਣਗੇ ਉਹ ਐਂਟੀਪੋਡਲਸ ਬਣਾ ਲੈਣਗੇ, ਅਤੇ ਜਿਹੜੇ ਮਾਈਕਰੋਪਾਈਲਰ ਐਂਡ ਕਨੀ 3 ਨਿਊਕਲੀਅਰ ਪ੍ਰੈਜ਼ੈਂਟ ਹੋਣਗੇ ਉਹਨਾਂ ਤੋਂ 2 ਬਣਾਉਣਗੇ ਸਾਇਨਾਈਡ ਅਤੇ 1 ਬਣਾਉਣਗੇ ਐਕਸੈਲ, ਰਾਈਟ। ਅਤੇ ਐਂਡ 'ਤੇ ਸਭ ਤੋਂ ਪਹਿਲਾਂ ਤਾਂ ਸਿਰਫ ਕੀ ਹੋ ਰਹੀਆਂ ਸੀਗੀਆਂ, ਸਿਰਫ ਓਨਲੀ ਫਰੀ ਨਿਊਕਲੀਅਰ ਡਿਵੀਜ਼ਨਸ ਹੋ ਰਹੀਆਂ ਸੀ। ਫਿਰ ਨਿਊਕਲੀਅਰ ਡਿਵੀਜ਼ਨਸ ਤੋਂ ਬਾਅਦ
ਸੈੱਲ ਵਾਲ ਫਾਰਮੇਸ਼ਨ ਸ਼ੁਰੂ ਹੁੰਦੀ ਆ, ਠੀਕ ਹੈ। ਤੇ ਜਦ ਸਭ ਕੁਝ ਆਰਗੇਨਾਈਜ਼ੇਬਲੀ ਹੁੰਦਾ ਤਾਂ ਇਹਦੇ ਤੇ ਆਪਣੇ ਕੋਲ ਇੱਦਾਂ ਦਾ ਐਮਬ੍ਰੋਸੈਕ ਦਾ ਸਟਰਕਚਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਐਂਟੀਪੋਡਲ 3 ਪ੍ਰੈਜ਼ੈਂਟ ਹੋਣਗੇ ਚਲਾਜ਼ਰਨ ਦੇ ਉੱਪਰ, 2 ਸਾਈਨਰਜਿਡਸ ਪ੍ਰੈਜ਼ੈਂਟ ਹੋਣਗੇ। ਸਾਈਨਰਜਿਡਸ ਅੱਡ ਕਿਉਂ ਨੇ ਐਗ ਸੈਲ ਤੋਂ? ਕਿਉਂਕਿ ਉਹਨਾਂ ਦੇ ਕੋਲ ਕੀ ਹੁੰਦਾ ਹੈਗਾ, ਫਿਲੀਫਾਰਮ ਆਪਰੇਟਸ ਹੁੰਦਾ, ਠੀਕ ਹੈ। ਫਿਲੀਫਾਰਮ ਆਪਰੇਟਸ ਦਾ ਕੰਮ ਹੁੰਦਾ ਹੈਗਾ ਟੂ ਗਾਈਡ ਦ ਪੋਲਨ ਟਿਊਬ ਟੂ ਦ ਸਾਈਨਰਜਿਡ, ਠੀਕ ਹੈ। ਐਂਡ ਸੈਂਟਰ ਦੇ ਵਿੱਚ ਇੱਕ ਲਾਰਜ ਸੈਂਟਰ ਸੈੱਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ 2 ਪੋਲਰ ਨਿਊਕਲੀਆਈ, ਠੀਕ ਹੈ। ਸਾਈਨਰਜਿਡਸ ਦੇ ਨਾਲ ਆਪਾਂ ਨੂੰ ਮਾਈਕਰੋਪਾਈਲਰ ਐਂਡ ਦੇ ਉੱਪਰ ਐਗ ਸੈੱਲ ਵੀ ਦੇਖਣ ਨੂੰ ਮਿਲੂਗਾ। ਫੀਮੇਲ ਗੈਮੇਟੋਫਾਈਟ ਮੈਜੋਰਿਟੀ ਫਲਾਵਰਿੰਗ ਪਲਾਂਟਸ ਦੇ ਵਿੱਚ ਇੱਕ ਮੈਗਾਸਪੋਰ ਜਿਹੜਾ ਹੈਗਾ ਉਹ ਫੰਕਸ਼ਨਲ ਹੁੰਦਾ, ਬਟ ਬਾਕੀ ਦੇ 3 ਜਿਹੜੇ ਆ ਡੀਜਨਰੇਟ ਕਰ ਜਾਂਦੇ ਆ। ਆਪਾਂ ਨੇ ਪਹਿਲਾਂ ਹੀ ਦੇਖ ਲਿਆ, ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਨਾ। ਸਿਰਫ ਜਿਹੜਾ ਫੰਕਸ਼ਨਲ ਮੈਗਾਸਪੋਰ ਆ ਉਹ ਕੀ ਆ, ਫੀਮੇਲ ਗੈਮੇਟੋਫਾਈਟ ਦੇ ਵਿੱਚ ਡਿਵੈਲਪ ਕਰ ਦੇਗਾ। ਫੀਮੇਲ ਗੈਮੇਟੋਫਾਈਟ ਕੁਝ ਹੋਰ ਨਹੀਂ ਬਲਕਿ ਆਪ ਸਭ ਦਾ ਪਿਆਰਾ ਐਮਬ੍ਰੋਸੈਕ ਹੀ ਆ, ਠੀਕ ਹੈ। ਜਿਹੜਾ ਮੈਥਡ ਹੁੰਦਾ ਐਮਬ੍ਰੋਸੈਕ ਫਾਰਮੇਸ਼ਨ ਦਾ ਸਿੰਗਲ ਮੈਗਾਸਪੋਰ ਤੋਂ, ਠੀਕ ਹੈ। ਜਿਹੜਾ ਐਮਬ੍ਰੋਸੈਕ ਆ ਫੀਮੇਲ ਗੈਮੇਟੋਫਾਈਟ ਆ ਉਹ ਸਿਰਫ ਤੇ ਸਿਰਫ ਇੱਕੋ ਹੀ ਮੈਗਾਸਪੋਰ ਤੋਂ ਬਣਿਆ ਨਾ, ਕਾਫੀ ਸਾਰੇ ਮੈਗਾਸਪੋਰਸ ਦਾ ਬਣਿਆ ਨਹੀਂ ਹੈਗਾ, ਠੀਕ ਹੈ। ਇਸੇ ਕਰਕੇ ਉਹਨੂੰ ਆਪਾਂ ਕੀ ਕਹਿੰਦੇ ਆ, ਮੋਨੋਸਪੋਰਿਕ ਡਿਵੈਲਪਮੈਂਟ, ਠੀਕ ਹੈ। ਬਟ ਸਮਟਾਈਮਸ ਵੈਰੀ ਫਿਊ ਐਕਸੈਪਸ਼ਨਸ ਆਰ ਦੇਅਰ, ਜਿਹੜਾ ਐਮਬ੍ਰੋਸੈਕ ਉਹ ਇੱਕ ਸਪੋਰ ਤੋਂ ਨਹੀਂ ਬਣਦਾ, ਠੀਕ ਹੈ, ਠੀਕ ਹੈ। ਕਈ ਵਾਰੀ 3 ਸਪੋਰ ਨਹੀਂ ਡੀਜਨਰੇਟ ਹੁੰਦੇ, 2 ਸਪੋਰਸ ਰਹਿ ਹੁੰਦੇ ਆ ਐਂਡ ਦੇ ਮਾਈਟ ਫਿਊਜ਼, ਠੀਕ ਹੈ। ਅਤੇ ਇੱਦਾਂ ਕੁਝ ਕਰਕੇ ਬਾਈਸਪੋਰਿਕ ਜਾਂ ਟਰਾਈਸਪੋਰਿਕ ਡਿਵੈਲਪਮੈਂਟ ਜਿਹੜੀ ਆ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ। ਟਰਾਈਸਪੋਰਿਕ ਤਾਂ ਨਹੀਂ ਹੋਈ, ਟੈਟਰਾਸਪੋਰਿਕ, ਠੀਕ ਹੈ। ਟੈਟਰਾਸਪੋਰਿਕ ਡਿਵੈਲਪਮੈਂਟ ਵੀ ਦੇਖਣ ਨੂੰ ਮਿਲਦਾ। ਟਰਾਈਸਪੋਰਿਕ ਨਾਲ ਤਾਂ ਐਮਬ੍ਰੋਸੈਕ ਬਣਨਾ ਇਜ਼ ਨਾਟ ਪੋਸੀਬਲ। ਕਿਉਂ ਨਹੀਂ ਪੋਸੀਬਲ ਹੈਗਾ ਉਹ ਤੁਸੀਂ ਅੱਗੇ ਦਿਮਾਗ ਲਾ ਕੇ ਦੱਸ ਦਿਓ ਕਿਉਂ ਨਹੀਂ ਪੋਸੀਬਲ ਹੈਗਾ, ਠੀਕ ਹੈ। What will be the applied if the cells the new cells the cells kinda diploid megaspore on the cell kinda diploid functional megaspore kinda haploid female gametophyte kinda haploid. Let us study about the formation of the embryo-sac in detail. ਇੱਥੇ ਬਹੁਤ ਵਿੱਚ ਕਨਫਿਊਜ਼ ਹੋਣਗੇ। ਫੀਮੇਲ ਗੈਮੇਟੋਫਾਈਟ ਤੇ ਤੁਸੀਂ ਕਹੋਗੇ ਕਿ ਉਹਨੂੰ ਕਿਹਾ ਜਾਂਦਾ ਹੈਗਾ, ਕੀ ਕਹਿੰਦੇ ਨੇ, ਐਮਬ੍ਰੋਸੈਕ ਨੂੰ ਕਿਹਾ ਜਾਂਦਾ, ਅਤੇ ਐਮਬ੍ਰੋਸੈਕ ਹੈਪਲੋਇਡ ਕਿੱਦਾਂ ਹੋ ਗਿਆ? ਉਹਦੇ ਵਿੱਚ ਤਾਂ 8 ਸੈੱਲ ਪ੍ਰੈਜ਼ੈਂਟ ਨੇ, ਬਟ ਸਾਰੇ ਦੇ ਸਾਰੇ ਸੈੱਲ ਹੈਪਲੋਇਡ ਹੀ ਨੇ ਨਾ, ਤਾਂ ਕਰਕੇ ਓਵਰਆਲ ਆਪਾਂ ਹੈਪਲੋਇਡ ਹੀ ਉਹਦੀ ਅਪਲਾਈਡ ਹੀ ਕਹਾਂਗੇ। ਹੁਣ ਤੁਸੀਂ ਕਹੋਗੇ ਪੋਲਰ ਨਿਊਕਲੀਏ ਫਿਊਜ਼ ਤਾਂ ਨਹੀਂ ਹੈਗੇ, ਜੇ ਫਿਊਜ਼ ਹੋ ਕੇ ਇੱਕੋ ਨਿਊਕਲੀਅਸ ਬਣਾਉਣਗੇ ਤਾਂ ਉਹ ਡਿਪਲੋਇਡ ਹੋਊਗਾ, ਤਾਂ ਆਪਾਂ ਉਹਨੂੰ ਡਿਪਲੋਇਡ ਕਹਿ ਸਕਦੇ ਹਾਂ। ਆਪਾਂ ਜਿੱਦਾਂ ਕਿ ਆਪਾਂ ਨਾ ਉਹ ਦੱਸਣੀ ਹੁੰਦੀ ਆ ਮੈਥਸ ਦੇ ਵਿੱਚ, ਅਲਜਬਰਾ ਦੇ ਵਿੱਚ ਇਕੁਏਸ਼ਨ ਦੀ ਹਾਈਐਸਟ ਡਿਗਰੀ ਦੱਸਣੀ ਹੁੰਦੀ ਆ, ਰਾਈਟ। ਤਾਂ ਉਹਦੇ ਵਿੱਚ ਆਪਾਂ ਜਿਵੇਂ ਆਪਾਂ ਨੂੰ ਇਕੁਏਸ਼ਨ ਦਿੱਤੀ ਹੈ x² + 2x + 3, ਤਾਂ ਉਹਦੇ ਵਿੱਚ ਆਪਾਂ ਕਹਿੰਦੇ ਹਾਂ ਡਿਗਰੀ ਜਿਹੜੀ ਆ, ਡਿਗਰੀ ਆਫ ਦ ਇਕੁਏਸ਼ਨ ਜਿਹੜੀ ਆ ਉਹ ਕੀ ਆ, 2 ਆ, ਇਟ ਇਜ਼ 2 ਬਿਕੋਜ਼ ਹਾਈਐਸਟ ਪਾਵਰ ਜਿਹੜੀ ਆ x ਦੀ ਉਹ 2 ਆ, ਠੀਕ ਹੈ। ਆਪਾਂ ਨੇ 1 ਵਾਲੇ ਨੂੰ ਇਗਨੋਰ ਕਰਤਾ, ਠੀਕ ਹੈ। ਹੁਣ ਤੁਸੀਂ ਕਹੋਗੇ ਇੱਥੇ ਡਿਪਲੋਇਡ ਹੋਇਆ, ਇਟ ਇਜ਼ ਨਾਟ ਡਿਪਲੋਇਡ ਤਾਂ ਹੁੰਦੇ ਜੇ ਫਿਊਜ਼ ਹੁੰਦੇ, ਠੀਕ ਹੈ। ਇਹਦੇ ਵਿੱਚ ਵੀ ਫਿਊਜ਼ ਨਹੀਂ ਹੈਗੇ, ਇਕੱਲੇ ਨੇ ਹੈਪਲੋਇਡ ਨੇ, ਤਾਂ ਕਰਕੇ ਸਾਰੇ ਹੈਪਲੋਇਡ ਨੇ, ਠੀਕ ਹੈ। ਇਹਨਾਂ ਦੇ ਵਿੱਚ ਕੋਈ ਵੀ ਡਿਪਲੋਇਡ ਨਹੀਂ, ਜੇ ਇੱਕ ਵੀ ਡਿਪਲੋਇਡ ਹੁੰਦਾ ਆਪਾਂ ਕਹਿ ਸਕਦੇ ਸੀ ਵੀ ਡਿਪਲੋਇਡ ਹੁੰਦੀ ਹੈ ਅਪਲਾਈਡ ਆਫ ਦ ਫੀਮੇਲ ਗੈਮੇਟੋਫਾਈਟ, ਬਟ ਇੱਕ ਵੀ ਡਿਪਲੋਇਡ ਨਹੀਂ ਹੈਗਾ, ਇਟ ਇਜ਼, ਠੀਕ ਹੈ, ਦ ਰੀਜ਼ਨ ਡਿਊ ਟੂ ਵਿਚ you can say the embryo sac is haploid. Let us study about the formation of the embryo sac in detail. ਜਿਹੜਾ ਨਿਊਕਲੀਅਸ ਹੁੰਦਾ ਹੈਗਾ ਫੰਕਸ਼ਨਲ ਮੈਗਾਸਪੋਰ ਦਾ, ਮਾਈਟੋਟਿਕਲੀ ਡਿਵਾਈਡ ਕਰਦਾ, ਠੀਕ ਹੈ। ਫਿਰ 2 ਨਿਊਕਲੀਆਈ ਬਣਾ ਲੈਂਦਾ, 2 ਨਿਊਕਲੀਆਈ ਆਪੋਜ਼ਿਟ ਪੋਲਸ ਦੇ ਉੱਪਰ ਮੂਵ ਕਰ ਜਾਂਦੇ ਆ, ਜਿਹਦੇ ਨਾਲ ਆਪਾਂ ਨੂੰ 2 ਨਿਊਕਲੀਏਟ ਐਮਬ੍ਰੋਸੈਕ ਦੇਖਣ ਨੂੰ ਮਿਲਦਾ ਹੈਗਾ। ਅਤੇ ਹੋ ਗਈ ਫਿਰ 2 ਹੋਰ ਸੀਕੁਐਂਸ਼ੀਅਲ ਮਾਈਟੋਟਿਕ ਨਿਊਕਲੀਅਰ ਡਿਵੀਜ਼ਨਸ ਹੁੰਦੀਆਂ ਨੇ, ਜਿਹਦੇ ਨਾਲ ਕੀ ਹੈ, ਪਹਿਲਾਂ 4 ਨਿਊਕਲੀਏਟ ਸਟੇਜ ਹੁੰਦੀ ਹੈ, ਫਿਰ 8 ਨਿਊਕਲੀਏਟ ਸਟੇਜ ਹੁੰਦੀਆਂ ਨੇ ਐਮਬ੍ਰੋਸੈਕ ਦੀਆਂ। It is of interest to note that these mitotic divisions are strictly free nuclear, ਠੀਕ ਹੈ। ਇਹ ਮਾਈਟੋਟਿਕ ਡਿਵੀਜ਼ਨ ਜਿਹੜੇ ਹੁੰਦੇ ਨੇ ਸਟ੍ਰਿਕਟਲੀ ਫ੍ਰੀ ਨਿਊਕਲੀਅਰ ਹੁੰਦੇ ਨੇ, ਮੀਨਸ ਇਹਨਾਂ ਦੇ ਵਿੱਚ ਸਿਰਫ ਨਿਊਕਲੀਅਸ ਡਿਵਾਈਡ ਕਰ ਰਿਹਾ, ਸੈੱਲ ਨਹੀਂ ਡਿਵਾਈਡ ਕਰ ਰਿਹਾ, ਠੀਕ ਹੈ। ਜਾਂ ਫਿਰ ਸਿਰਫ ਨਿਊਕਲੀਅਸ ਡਿਵਾਈਡ ਕਰ ਰਿਹਾ, ਇਹਨਾਂ ਦੇ ਵਿੱਚ ਸੈੱਲ ਵੋਲ ਫਾਰਮੇਸ਼ਨ ਨਹੀਂ ਹੋ ਰਹੀ, ਠੀਕ ਹੈ। ਫਿਰ 8 ਨਿਊਕਲੀਏਟ ਸਟੇਜ ਆਉਣ ਤੋਂ ਬਾਅਦ ਜਿਹੜੇ ਸੈੱਲ ਵੋਲਸ ਨੇ ਉਹ ਬਣਨੀਆਂ ਸ਼ੁਰੂ ਹੁੰਦੀਆਂ ਨੇ, ਜਿਹਦੇ ਨਾਲ ਇੱਕ ਟਿਪੀਕਲ ਫੀਮੇਲ ਗੈਮੇਟੋਫਾਈਟ ਯੂ ਕੈਨ ਸੇ ਐਮਬ੍ਰੋਸੈਕ ਜਿਹੜਾ ਆਰਗੇਨਾਈਜ਼ ਹੋ ਜਾਂਦਾ ਹੈਗਾ। ਓਬਜ਼ਰਵ ਦ ਡਿਸਟਰੀਬਿਊਸ਼ਨ ਆਫ ਸੈਲਸ ਇਨਸਾਈਡ ਦ ਐਮਬ੍ਰੋਸੈਕ, ਠੀਕ ਹੈ। ਹੁਣ ਜੇ ਤੁਸੀਂ ਐਮਬ੍ਰੋਸੈਕ ਦੇ ਅੰਦਰ ਸੈਲਸ ਦੀ ਡਿਸਟਰੀਬਿਊਸ਼ਨ ਨੂੰ ਓਬਜ਼ਰਵ ਕਰੋਗੇ ਤਾਂ ਤੁਹਾਨੂੰ ਕੀ ਦੇਖਣ ਨੂੰ ਮਿਲੇਗਾ ਕਿ 8 ਚੋਂ 6 ਨਿਊਕਲੀਆ ਜਿਹੜੇ ਆ ਉਹਨਾਂ ਸੈੱਲ ਵੋਲਸ ਦੇ ਨਾਲ ਕੀ ਹੁੰਦੇ ਨੇ, ਸਰਾਊਂਡਡ ਹੁੰਦੇ ਨੇ, ਅਤੇ ਸੈਲਸ ਦੇ ਵਿੱਚ ਆਰਗੇਨਾਈਜ਼ਡ ਹੁੰਦੇ ਨੇ। ਬਾਕੀ ਦੇ ਜਿਹੜੇ 2 ਨਿਊਕਲੀਅਸ ਬਚ ਗਏ ਹੈ ਨਾ, ਉਹ ਕੀ ਉਹਨਾਂ ਨੂੰ ਆਪਾਂ ਪੋਲਰ ਨਿਊਕਲੀਆਈ ਕਹਿ ਰਹੇ ਹਾਂ, ਅਤੇ ਐਗ ਆਪੈਰੇਟਸ ਦੇ ਨੀਚੇ ਪ੍ਰੈਜ਼ੈਂਟ ਹੁੰਦੇ ਨੇ ਇੱਕ ਲਾਰਜ ਸੈਂਟਰਲ ਸੈੱਲ ਦੇ ਵਿੱਚ,
there is a characteristic distribution of the cells within the embryo sac, ठीक है। embryo sac ਦੇ ਵਿੱਚ characteristic distribution ਆ, ठीक है। ਇੱਕ और मतलब ऑर्गेनाइजेबली ਤੁਸੀਂ ਕਹਿ ਸਕਦੇ ਹੋ ਡਿਸਟਰੀਬਿਊਟਡ ਨੇ। ਤਿੰਨ ਸੈਲਸ ਜਿਹੜੇ ਆ ਮਾਈਕਰੋਪਾਈਲਰ ਐਂਡ ਦੇ ਉੱਪਰ ਗਰੁੱਪਡ ਆ, ਤਿੰਨ ਸੈਲਸ ਜਿਹੜੇ ਆ ਚਲਾਜ਼ਲ ਐਂਡ ਦੇ ਉੱਪਰ ਗਰੁੱਪਡ ਆ, ਦੋ ਸੈਲਸ ਵਿੱਚ ਪ੍ਰੈਜ਼ੈਂਟ ਨਹੀਂ, ਠੀਕ ਹੈ। ਬਹੁਤ ਹੀ ਸੂਤੀ ਸਮਝੀ ਸਾਜ਼ਿਸ਼ ਹੈ ਇਹ, ਠੀਕ ਹੈ। ਥ੍ਰੀ ਸੈਲਸ ਜਿਹੜੇ ਆ ਮਾਈਕਰੋਪਾਈਲਰ ਐਂਡ ਦੇ ਉੱਪਰ ਜਿਹੜੇ ਗਰੁੱਪਡ ਨੇ ਉਹ ਕੀ ਹੈ ਐਗ apparatus ਨੂੰ ਕੌਨਸਟੀਟਿਊਟ ਕਰਦੇ ਨੇ। ਐਗ apparatus ਦੇ ਵਿੱਚ ਕੀ ਹੁੰਦਾ, ਦੋ ਸਾਈਨਰਜਿਡਸ ਹੁੰਦੇ ਨੇ ਅਤੇ ਇੱਕ ਐਗ ਸੈਲ ਹੁੰਦਾ ਗਾ। ਜਿਹੜੇ ਸਾਈਨਰਜਿਡਸ ਹੁੰਦੇ ਨੇ ਉਹਨਾਂ ਦੇ ਕੋਲ ਸਪੈਸ਼ਲ ਸੈਲੂਲਰ ਥਿਕਨਿੰਗਸ ਹੁੰਦੀਆਂ ਨੇ ਮਾਈਕਰੋਪਾਈਲਰ ਟਿਪ ਦੇ ਉੱਪਰ, ਠੀਕ ਹੈ। ਅਤੇ ਇਹਨਾਂ ਥਿਕਨਿੰਗਸ ਨੂੰ ਆਪਾਂ ਕੀ ਕਹਿੰਦੇ ਹਾਂ ਫਿਲੀਫਾਰਮ apparatus ਕਹਿੰਦੇ ਹਾਂ, ਜਿਹੜੇ ਕਿ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਪੋਲਨ ਟਿਊਬ ਨੂੰ ਸਾਈਨਰਜਿਡਸ ਤੱਕ ਗਾਈਡ ਕਰਨ ਦੇ ਲਈ, ਠੀਕ ਹੈ। ਥ੍ਰੀ ਸੈਲਸ ਜਿਹੜੇ ਆ ਉਹ ਚਲਾਜ਼ਲ ਐਂਡ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਆ ਜਿਹਨੂੰ ਕਿ ਆਪਾਂ ਐਂਟੀਪੋਡਲ ਕਹਿੰਦੇ ਹਾਂ। ਅਤੇ ਇੱਕ ਲਾਰਜ ਸੈਂਟਰਲ ਸੈਲ ਹੁੰਦਾ ਜਿਹਦੇ ਕੋਲ ਕੀ ਹੁੰਦੇ ਨੇ ਦੋ ਪੋਲਰ ਨਿਊਕਲੀਆਈ ਹੁੰਦੇ ਨੇ। ਤਾਂ ਆਪਾਂ ਕੀ ਕਹਿ ਸਕਦੇ ਟਿਪੀਕਲ ਐਂਜੀਓਸਪਰਮ ਐਂਬਰੀਓ ਸੈਕ ਜਿਹੜਾ ਹੁੰਦਾ ਹੈਗਾ ਮੈਚੋਰਿਟੀ ਦੇ ਉੱਪਰ ਯੂ ਕੈਨ ਸੇ ਜਿਹੜਾ ਮੈਚੋਰ ਫੀਮੇਲ ਗੈਮੀਟੋਫਾਈਟ ਹੁੰਦਾ ਉਹਦੇ ਕੋਲ ਕੀ ਹੁੰਦੇ ਨੇ 8 ਨਿਊਕਲੀਏਟ ਅਤੇ 7 ਸੈਲ ਸਟੇਜ ਹੁੰਦੀ ਹੈਗੀ। ਪੋਲੀਨੇਸ਼ਨ ਪਹਿਲਾਂ ਆਪਾਂ ਨੇ ਮੇਲ ਅਤੇ ਫੀਮੇਲ ਗੈਮੀਟਸ ਬਾਰੇ ਪੜ੍ਹ ਲਿਆ ਫਲਾਵਰਿੰਗ ਪਲਾਂਟਸ ਦੇ ਵਿੱਚ, ਠੀਕ ਹੈ। ਪੋਲਨ ਗ੍ਰੇਨ ਦੇ ਐਂਬਰੀਓ ਸੈਕ ਫਾਰਮੇਸ਼ਨ ਬਾਰੇ ਪੜ੍ਹਿਆ, ਠੀਕ ਹੈ। ਹੁਣ ਇਹ ਜਿਹੜੇ ਦੋਨੋਂ ਦੇ ਦੋਨੋਂ ਗੈਮੀਟਸ ਹੁੰਦੇ ਨੇ ਮੇਲ ਗੈਮੀਟ ਐਸ ਵੈਲ ਐਸ ਦਾ ਫੀਮੇਲ ਗੈਮੀਟ ਇਟ ਇਜ਼ ਨੋਨ ਮੋਟਾਈਲ ਅਨਲਾਈਕ ਯੂ ਸੀ ਐਂਡ ਐਲਗੇ ਟੈਰੀਡੋਫਾਈਟਸ ਬ੍ਰੈਫਾਈਟਸ ਜਿਹੜੇ ਉਹਨਾਂ ਦੇ ਵਿੱਚ ਮੋਟਾਈਲ ਹੁੰਦੇ ਆ ਬਟ ਇਹਨਾਂ ਦੇ ਵਿੱਚ ਨੋਨ ਮੋਟਾਈਲ ਹੁੰਦੇ ਆ, ਠੀਕ ਹੈ। ਤਾਂ ਕਰਕੇ ਇਹ ਫਰਟੀਲਾਈਜੇਸ਼ਨ ਕਰਾਉਣੀ ਪੈਣੀ ਆ, ਠੀਕ ਹੈ। ਕੋਈ ਕਿਸੇ ਐਕਸਟਰਨਲ ਏਜੰਟ ਨੂੰ ਕਿਸੇ ਨਾ ਕਿਸੇ ਫਰਿਸ਼ਤੇ ਨੂੰ ਆਉਣਾ ਪੈਣਾ ਇਹਨਾਂ ਦੋਨਾਂ ਦੇ ਮੇਲ ਮਿਲਾਪ ਕਰਾਉਣ ਦੇ ਲਈ, ਕਿਸੇ ਵਿਚੋਲੇ ਨੂੰ ਵਿਚਾਲੇ ਪੈਣਾ ਇਹਨਾਂ ਦੋਨਾਂ ਦਾ ਮੇਲ ਮਿਲਾਪ ਕਰਨ ਦੇ ਲਈ, ਕਿਉਂਕਿ ਇਹ ਭੱਜ ਕੇ ਵਿਆਹ ਨਹੀਂ ਕਰਾ ਸਕਦੇ। ਵਾਓ ਕਿੰਨੀ ਸਹੀ ਗੱਲ ਬਣੀ ਹੈ ਨਾ, ਕਿਉਂਕਿ ਇਹ ਭੱਜ ਕੇ ਵਿਆਹ ਨਹੀਂ ਕਰਾ ਸਕਦੇ ਇਸ ਕਰਕੇ ਕਿਸੇ ਵਿਚੋਲੇ ਨੂੰ ਵਿਚਾਲੇ ਪੈਣਾ। ਹਾਊ ਦਿਸ ਇਜ਼ ਅਚੀਵਡ, ਠੀਕ ਹੈ। ਹੁਣ ਵਿਚੋਲਾ ਕਿੱਥੋਂ ਲੈ ਕੇ ਆਉਂਦੇ ਨੇ, ਸਭ ਕੁਝ ਕਿੱਦਾਂ ਹੁੰਦਾ ਹੈ। ਪੋਲੀਨੇਸ਼ਨ ਇਜ਼ ਅ ਮੈਕੈਨਿਜ਼ਮ ਟੂ ਅਚੀਵ ਦਿਸ ਆਬਜੈਕਟਿਵ, ਠੀਕ ਹੈ। ਇਹ ਹੁੰਦਾ ਹੈਗਾ ਪੋਲੀਨੇਸ਼ਨ ਦੇ ਨਾਲ। ਟ੍ਰਾਂਸਫਰ ਆਫ ਪੋਲਨ ਗ੍ਰੇਨ ਸ਼ੈਡ ਫਰਮ ਦ ਐਂਥਰ ਟੂ ਦ ਸਟਿਗਮਾ ਆਫ ਅ ਪਿਸਟਲ ਇਜ਼ ਟਰਮਡ ਐਜ਼ ਪੋਲੀਨੇਸ਼ਨ, ਠੀਕ ਹੈ। ਜਿਹੜਾ ਐਂਥਰ ਤੋਂ ਪੋਲਨ ਗ੍ਰੇਨ ਡਿੱਗਿਆ ਉਹਦਾ ਟ੍ਰਾਂਸਫਰ ਟੂ ਦ ਸਟਿਗਮਾ ਆਫ ਦ ਪਿਸਟਲ ਉਹਨੂੰ ਆਪਾਂ ਪੋਲੀਨੇਸ਼ਨ ਕਹਿੰਦੇ ਹਾਂ। ਫਲਾਵਰਿੰਗ ਪਲਾਂਟਸ ਹੈਵ ਇਵੋਲਵਡ ਐਨ ਅਮੇਜ਼ਿੰਗ ਐਰੇ ਆਫ ਅਡੈਪਟੇਸ਼ਨਸ ਟੂ ਅਚੀਵ ਪੋਲੀਨੇਸ਼ਨ, ਠੀਕ ਹੈ। ਪੋਲੀਨੇਸ਼ਨ ਅਚੀਵ ਕਰਨ ਦੇ ਲਈ ਫਲਾਵਰਿੰਗ ਪਲਾਂਟਸ ਨੇ ਕਾਫੀ ਸਾਰੀਆਂ ਅਡੈਪਟੇਸ਼ਨਸ ਕੀਤੀਆਂ ਹੋਈਆਂ ਨੇ, ਠੀਕ ਹੈ। ਉਹ ਇੰਨਾ ਡਿਟੇਲ ਦੇ ਵਿੱਚ ਪੜ੍ਹਨ ਦੀ ਲੋੜ ਹੈ ਨਹੀਂ ਗੀ, ਠੀਕ ਹੈ। ਲਾਈਕ ਸਮਟਾਈਮਸ ਜਿਹੜਾ ਫਲਾਵਰ ਆ ਹੈ ਨਾ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਫਲਾਵਰ ਆ ਉਹ ਤੁਸੀਂ ਖੁਦ ਸਰਚ ਕਰਨਾ ਕਿ ਕਿਹੜਾ ਫਲਾਵਰ ਆ, ਠੀਕ ਹੈ। ਜੇ ਮੈਂ ਕਿਹਦੀ ਗੱਲ ਕਰ ਰਹੀ ਹਾਂ ਤੁਸੀਂ ਖੁਦ ਕਮੈਂਟ ਦੱਸਣਾ। ਇੱਕ ਫਲਾਵਰ ਆ ਜਿਹੜਾ ਕਿ ਨਾ ਇੱਕ ਮੌਥ ਆ ਹੈ ਨਾ ਮੌਥ ਫੀਮੇਲ ਮੌਥ ਨੂੰ ਉਹਦਾ ਫਲਾਵਰ ਜਿਹੜਾ ਹੈਗਾ ਰਿਜ਼ੈਂਬਲ ਕਰਦਾ, ਠੀਕ ਹੈ। ਯੂ ਕੈਨ ਸੀ ਕਿ ਜਿਹੜਾ ਫਲਾਵਰ ਹੁੰਦਾ ਉਹਦੀ ਸ਼ੇਪ ਐਂਡ ਸਟਰਕਚਰ ਫੀਮੇਲ ਮੌਥ ਵਰਗੀ ਹੁੰਦੀ ਆ। ਤਾਂ ਮੇਲ ਮੌਥ ਆਉਂਦਾ ਉਹ ਸਿਊਡੋ ਕੋਪੂਲੇਟ ਕਰਦਾ। ਸਿਊਡੋ ਕੋਪੂਲੇਟ ਕਿਉਂ, ਕਿਉਂਕਿ ਆਪਦੀ ਜਾਨ 'ਚ ਤਾਂ ਉਹ ਕੋਪੂਲੇਟ ਕਰ ਰਿਹਾ ਹੈ ਨਾ ਵਿਦ ਅ ਫੀਮੇਲ, ਬਟ ਅਸਲ ਦੇ ਵਿੱਚ ਇਟ ਇਜ਼ ਨਾਟ ਅ ਫੀਮੇਲ ਰਾਈਟ, ਇਟ ਇਜ਼ ਅ ਪਲਾਂਟ। ਉਹ ਉਹਦੀ ਬਰਾਦਰੀ 'ਚੋਂ ਵੀ ਨਹੀਂ ਹੈਗਾ ਰਾਈਟ, ਅਤੇ ਉਹਦੇ ਨਾਲ ਕੋਪੂਲੇਸ਼ਨ ਕਰ ਰਿਹਾ, ਠੀਕ ਹੈ। ਫਿਰ ਇੱਕ ਫਲਾਵਰ ਤੋਂ ਦੂਜੇ ਫਲਾਵਰ ਦੂਜੇ ਤੋਂ ਤੀਜੇ ਫਲਾਵਰ ਕੋਪੂਲੇਟ ਕਰਦਾ ਜਾਂਦਾ ਅਤੇ ਇਹਦੇ ਨਾਲ ਕੀ ਆ ਉਹ ਅੱਗੇ ਉਹਨਾਂ ਦਾ ਜਿਹੜਾ ਉਹਨਾਂ ਦੀ ਅਸਲੀ ਕੋਪੂਲੇਸ਼ਨ ਕਰਾ ਦਿੰਦਾ ਹੈਗਾ, ਠੀਕ ਹੈ। ਪਲਾਂਟਸ ਦੀ ਕੋਪੂਲੇਸ਼ਨ ਕਰਾ ਦਿੰਦਾ ਆਪਦੀ ਕੋਪੂਲੇਸ਼ਨ ਦੇ ਚੱਕਰ ਦੇ ਵਿੱਚ, ਠੀਕ ਹੈ। ਤਾਂ ਇੱਦਾਂ ਐਂਥਰ ਤੋਂ ਸਟਿਗਮਾ ਤੱਕ ਉਹ ਕੀ ਆ ਪੋਲਨ ਗ੍ਰੇਨਸ ਨੂੰ ਪਹੁੰਚਾ ਦਿੰਦਾ ਹੈਗਾ। ਇਟ ਇਜ਼ ਐਨ ਅਡੈਪਟੇਸ਼ਨ, ਠੀਕ ਹੈ। ਪਲਾਂਟ ਇਸ ਸਭ ਸੋਚੀ ਸਮਝੀ ਸਾਜ਼ਿਸ਼, ਠੀਕ ਹੈ। ਉਹ ਫੀਮੇਲ ਨੂੰ ਰਿਜ਼ੈਂਬਲ ਕਰਦਾ ਇਸੇ ਕਰਕੇ ਉਹ ਕੋਪੂਲੇਸ਼ਨ ਕਰਦਾ। ਅਗਰ ਉਹ ਫੀਮੇਲ ਨੂੰ ਨਹੀਂ ਰਿਜ਼ੈਂਬਲ ਕਰਦਾ ਹੁੰਦਾ ਤਾਂ ਉਹ ਕਿੱਦਾਂ ਕੋਪੂਲੇਸ਼ਨ ਕਰਨੀ ਸੀ, ਉਹਨੇ ਨਹੀਂ ਕਰਨੀ ਸੀ। ਇੱਦਾਂ ਹੀ ਕਾਫੀ ਸਾਰੇ ਪਲਾਂਟਸ ਜਿਹੜੇ ਆ ਫਲਾਵਰਸ ਜਿਹੜੇ ਆ ਉਹ ਕੁਝ ਇੱਦਾਂ ਦੇ ਸਟਰਕਚਰਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਕਿ ਉਹ ਕੀ ਹੈ ਇੱਕ ਸੇਫ ਪਲੇਸ ਪ੍ਰੋਵਾਈਡ ਕਰਨ ਟੂ ਫੋਰ ਐਨੀਮਲਸ ਟੂ ਲੇ ਐਗਸ, ਠੀਕ ਹੈ। ਕੁਝ ਐਨੀਮਲਸ ਕੁਝ ਇਨਸੈਕਟਸ ਜਿਹੜੇ ਆ ਆਪਦੇ ਐਗਸ ਲੇ ਕਰਦੇ ਨੇ ਇਨਸਾਈਡ ਦ ਫਲਾਵਰ, ਠੀਕ ਹੈ। ਕਿਉਂਕਿ ਫਲਾਵਰ ਇਜ਼ ਅ ਸੇਫ ਪਲੇਸ ਫੋਰ ਦੈਮ ਟੂ ਲੇ ਦ ਐਗਸ, ਠੀਕ ਹੈ। ਉੱਥੇ ਕੋਈ ਪ੍ਰੈਡੇਟਰ ਆ ਕੇ ਉਹਨਾਂ ਦੇ ਅੰਡਿਆਂ ਦੇ ਉੱਪਰ ਆਪਦਾ ਧੌਂਸ ਨਹੀਂ ਜਮਾ ਸਕਦਾ ਹੈਗਾ। ਲਾਈਕ ਤੁਸੀਂ ਦੇਖੋ ਸਭ ਤੋਂ ਵੱਡਾ ਫਲਾਵਰ ਜਿਹੜਾ ਐਮੋਰਫੋਫੈਲਸ ਇਟ ਇਜ਼ 6 feet tall, ਠੀਕ ਹੈ। ਉਹਦੇ ਵਿੱਚੋਂ ਕਿੱਦਾਂ ਕੋਈ ਐਨੀਮਲ ਆਪਦੇ ਕਿਸੇ ਹੋਰ ਐਨੀਮਲ ਦੇ ਆਂਡੇ ਕੱਢ ਕੇ ਉਹਨਾਂ ਨੂੰ ਖਾ ਜੂਗਾ, ਇਟ ਇਜ਼ ਨਾਟ ਪੋਸੀਬਲ ਰਾਈਟ। ਇਟ ਡਜ਼ ਸੀਮ ਆਲ ਦੈਟ ਇਟ ਇਜ਼ ਫਿਕਸ਼ਨਲ। Flowering plants
ने काफ़ी अडेप्टेशन की ने टू अचीव पॉलिनेशन। दे मेक श्योर यूज़ ऑफ एक्सटर्नल एजेंट्स टू अचीव पॉलिनेशन, ठीक है। वो श्योर करते हैं कि कोई ना कोई एक्सटर्नल एजेंट साडी पॉलिनेशन कराने के लिए सानू यूज़ करे, ठीक है। भावें चलो सीडी कॉपोजिशन लिंग ऑल वर्क चीज़ां नहीं हैगियां, बट टू नैक्टर बेसिक थिंग जो तुम आज तक पढ़ते आ रहे हो कि इंसैक्ट्स उन्होंने पॉलिनेशन क्यों कराते हैं, ठीक है। बिकॉज दे आर अट्रैक्टेड टू द वेरियस कलर्स, राइट, एंड they want to collect the nectar, ठीक है। nectar is the basic requirement of the animals, of the insects especially, ठीक है। इस करके उस टक्कर ਦੇ ਵਿੱਚ ਵੀ pollination ਕਰਾ ਦਿੰਦੇ ਆ। that is also a adaptation ਜਿਹੜੀ ਆਪਾਂ ਨੂੰ ਨਹੀਂ ਲੱਗਦਾ ਨਹੀਂ ਹੈਗਾ ਦੇਖਣ ਨੂੰ ਕਿ ਪਲਾਂਟਸ ਨੈਕਟਰ ਤਾਂ ਪ੍ਰੋਡਿਊਸ ਕਰਦੇ ਨੇ ਕਿ ਉਹਨਾਂ ਦੀ ਵੀ ਪੋਲੀਨੇਸ਼ਨ ਹੋ ਚੁੱਕੀ, ਠੀਕ ਹੈ। ਕੈਨ ਯੂ ਲਿਸਟ ਦ ਪੋਸੀਬਲ ਐਕਸਟਰਨਲ ਏਜੰਟਸ, ਠੀਕ ਹੈ। कुछ भी हो सकते हैं, wind, water, animals, right? Kinds of pollination depending on the source of pollination can be divided into three types, ठीक है। source of pollen ਦੇ ਉੱਪਰ ਡਿਪੈਂਡ ਕਰਦੇ ਹੋਏ ਜਿਹੜੀ pollination ਆਪਾਂ ਤਿੰਨ ਟਾਈਪਸ ਦੇ ਵਿੱਚ ਡਿਵਾਈਡ ਕਰ ਸਕਦੇ। source of pollen ਮਤਲਬ ਜਿਹੜਾ pollen ਆ ਉਹ ਕਿੱਥੋਂ ਆਇਆ, ਸੇਮ ਪਲਾਂਟ ਤੋਂ ਆਇਆ, ਡਿਫਰੈਂਟ ਪਲਾਂਟ ਤੋਂ ਆਇਆ, ਸੇਮ ਫਲਾਵਰ ਤੋਂ ਆਇਆ, ਡਿਫਰੈਂਟ ਫਲਾਵਰ ਤੋਂ ਆਇਆ, ਸੇਮ ਪਲਾਂਟ ਡਿਫਰੈਂਟ ਫਲਾਵਰ ਤੋਂ ਆਇਆ, ਜਾਂ ਦੂਜੇ ਪਲਾਂਟ ਦੇ ਫਲਾਵਰ ਤੋਂ ਆਇਆ, ਰਾਈਟ। Autogamy in this type pollination is achieved within the same flower, ਇਹਦੇ ਵਿੱਚ ਕੀ ਆ, same flower ਦੇ ਵਿੱਚ ਹੀ pollination ਹੁੰਦੀ ਹੈ, ਮਤਲਬ ਜਿਹੜਾ ਸਟਿਗਮਾ ਤੇ ਐਂਥਰ ਨੇ ਇੱਕੋ ਫਲਾਵਰ ਨੂੰ ਬਿਲੋਂਗ ਕਰਦੇ ਹੁੰਦੇ ਆ, ਮੀਨਸ ਭੈਣ ਭਾਈ ਹੁੰਦੇ ਆ। ट्रांसफर ऑफ pollen grains from the anther to the stigma of the same flower, ठीक है। ਉਹੀ ਫਲਾਵਰ ਦੇ ਐਂਥਰ ਤੋਂ ਉਹੀ ਫਲਾਵਰ ਦੇ ਸਟਿਗਮਾ ਤੱਕ pollen grain ਨੂੰ ਟ੍ਰਾਂਸਫਰ ਕਰਨਾ, it is called as the autogamy. In a normal flower which opens and exposes the anthers and the stigma, complete autogamy is rather rare, ठीक है। एक नॉर्मल फ्लावर ਦੇ ਵਿੱਚ ਜਿਹੜਾ ਕਿ ਆਪਦੇ ਸਟੇਮਨ ਨੂੰ ਆਪਦੇ ਐਂਥਰ ਦੇ ਸਟਿਗਮਾ ਨੂੰ ਐਕਸਪੋਜ਼ ਕਰਦਾ, ਠੀਕ ਹੈ। ਇੱਕ ਜਿਹੜਾ ਨॉर्मल ਫਲਾਵਰ ਹੁੰਦਾ ਨॉर्मली ਜਿਹੜਾ ਓਪਨ ਕਰਦਾ, ਠੀਕ ਹੈ, ਆਪਦੇ ਸਟਿਗਮਾ ਨੂੰ ਆਪਦੇ ਐਂਥਰ ਨੂੰ ਐਕਸਪੋਜ਼ ਕਰਦਾ ਐਕਸਟਰਨਲ ਐਨਵਾਇਰਨਮੈਂਟ ਦੇ ਨਾਲ, ਉਹਦੇ ਲਈ ਕੰਪਲੀਟ autogamy ਰੇਅਰ ਆ, ਕਿਉਂਕਿ ਜਿਹੜਾ ਹਵਾ ਹੁਵਾ ਨਾਲ ਹੋਰ ਐਨੀਮਲਸ ਨਾਲ ਇਹ ਵੀ ਆ ਕਿ ਉਸ ਐਂਥਰ ਤੋਂ ਪੋਲਨ ਗ੍ਰੇਨ ਹੋਰ ਕਿਤੇ ਜਾਣਗੇ, ਐਂਡ ਸੇਮ ਵੇ ਦੇ ਵਿੱਚ ਕਿਸੇ ਹੋਰ ਐਂਥਰ ਤੋਂ ਪੋਲਨ ਗ੍ਰੇਨ ਜੋ ਸਟਿਗਮਾ ਦੇ ਉੱਪਰ ਕੰਟਾਮੀਨੇਟ ਹੋ ਸਕਦੇ ਆ, ਤਾਂ ਇੱਥੇ ਪੋਸੀਬਲ ਨਹੀਂ ਹੁੰਦੀ ਕਿ ਕੰਪਲੀਟਲੀ autogamy ਹੋ ਸਕਦੀ। ਇੱਕ ਅੱਧਾ ਪੋਲਨ ਗ੍ਰੇਨ ਨੂੰ ਡਿੱਗ ਜੇ ਉਹ ਇੱਕ ਅੱਧੇ ਦੀ ਹੋ ਸਕਦੀ ਹੈ, ਬਟ ਕੰਪਲੀਟ autogamy ਤਾਂ ਇਟ ਇਜ਼ ਨੋਟ ਰੇਅਰ, ਯੂ ਕੈਨ ਸੇ ਇਟ ਇਜ਼ ਨੋਟ ਪੋਸੀਬਲ ਇਵਨ, ਠੀਕ ਹੈ। autogamy in such flowers require, ਠੀਕ ਹੈ। ਹੁਣ ਦੋ ਮਿਨੀਮਮ ਬੇਅਰ ਜਿਹੜੇ ਕੰਡੀਸ਼ਨਸ ਨੇ ਇਹ ਤਾਂ ਹੋਣੀ ਹੀ ਚਾਹੀਦੀਆਂ ਨੇ ਕੈਸਮੋਗੈਮਸ ਫਲਾਵਰਸ ਦੇ ਵਿੱਚ ਪੋਲੀਨੇਸ਼ਨ ਕਰਾਉਣ ਦੇ ਲਈ, ਠੀਕ ਹੈ। autogamy ਕਰਾਉਣ ਦੇ ਲਈ, ਮਤਲਬ ਕਿ ਉਹਨਾਂ ਫਲਾਵਰਸ ਦੇ ਵਿੱਚ autogamy ਕਰਾਉਣ ਦੇ ਲਈ ਜਿਹੜੇ ਕਿ ਓਪਨ ਹੁੰਦੇ ਆ, ਠੀਕ ਹੈ। ਉਹਨਾਂ ਲਈ ਦੋ ਕੰਡੀਸ਼ਨਸ ਆਪਾਂ ਨੂੰ ਕਿਹੜੀਆਂ ਚਾਹੀਦੀਆਂ ਹੋਣਗੀਆਂ, ਦੈਟ ਇਜ਼ ਕਿ ਪੋਲਨ ਰਿਲੀਜ਼ ਅਤੇ ਸਟਿਗਮਾ ਰਿਸੈਪਟਿਵਿਟੀ ਦੇ ਵਿੱਚ ਸਿੰਕਰੋਨੀ ਹੋਣੀ ਚਾਹੀਦੀ ਹੈ, ਮਤਲਬ ਜਦੋਂ ਪੋਲਨ ਰਿਲੀਜ਼ ਹੋਵੇ ਤਾਂ ਸਟਿਗਮਾ ਰਿਸੈਪਟਿਵ ਹੋਣਾ ਚਾਹੀਦਾ, ਠੀਕ ਹੈ। ਉਦੋਂ ਪੋਲਨ ਨੂੰ ਅਸੈਪਟ ਕਰੇ, ਉਹਨੂੰ ਪਤਾ ਹੋਵੇ ਕਿ ਮੈਂ ਇਹਦਾ ਕੀ ਕਰਨਾ ਹੈ, ਮੇਰੇ ਉੱਪਰ ਆ ਕੇ ਕਿਉਂ ਡਿੱਗਿਆ ਹੈਗਾ, ਠੀਕ ਹੈ। ਐਂਡ ਆਲਸੋ ਐਂਥਰਸ ਇਨ ਦ ਸਟਿਗਮਾ ਔਰ ਯੂ ਕੈਨ ਸੇ ਸਟਿਗਮਾ ਮੈਚੋਰ ਹੋਣਾ ਚਾਹੀਦਾ, ਠੀਕ ਹੈ। ਐਂਡ ਐਂਥਰ ਐਂਡ ਸਟਿਗਮਾ ਸ਼ੁੱਡ ਲਾਈ ਕਲੋਜ਼ ਟੂ ਈਚ ਅਦਰ, ਠੀਕ ਹੈ। ਐਂਡ ਜਿਹੜੇ ਐਂਥਰ ਦੇ ਸਟਿਗਮਾ ਨੇ ਉਹ ਕੀ ਇੱਕ ਦੂਸਰੇ ਦੇ ਨੇੜੇ ਨੇੜੇ ਹੋਣੇ ਚਾਹੀਦੇ ਨੇ, ਤਾਂ ਕਰਕੇ ਜਿਹੜੀ ਸੈਲਫ ਪੋਲੀਨੇਸ਼ਨ ਆ ਉਹ ਹੋ ਸਕੇ। These are the two main conditions. Some plants such as viola the ਨਾਮ ਕੀ ਹੁੰਦਾ common pansy, ਠੀਕ ਹੈ। common name of the viola is common pansy. oxalis ਤੇ commelina ਜਿਹੜੇ ਆ ਉਹ two types of flowers produce ਕਰਦੇ ਆ, ਠੀਕ ਹੈ। ਇੱਕ ਹੁੰਦੇ ਨੇ ਕੈਸਮੋਗੈਮਸ ਫਲਾਵਰ, ਜਿਹੜੇ ਕੈਸਮੋਗੈਮਸ ਫਲਾਵਰ ਹੁੰਦੇ ਆ ਉਹ ਬਾਕੀ ਸਪੀਸ਼ੀਜ਼ ਦੇ ਫਲਾਵਰ ਦੇ ਨਾਲ ਸਿਮਿਲਰ ਹੀ ਹੁੰਦੇ ਆ, ਮਤਲਬ ਉਹ ਓਪਨ ਕਰਦੇ ਆ ਆਪਦੇ ਐਂਥਰ ਤੇ ਆਪਦੇ ਸਟਿਗਮਾ ਨੂੰ ਐਕਸਪੋਜ਼ ਕਰਦੇ ਆ, ਮੀਨਸ ਕੈਸਮੋਗੈਮਸ ਫਲਾਵਰਸ ਆਰ ਨਾਟ ਡਿਫਰੈਂਟ ਫਰੋਮ the flowers of the other plants, ਠੀਕ ਹੈ। ਦੂਜੇ ਉਹ ਪ੍ਰੋਡਿਊਸ ਕਰਦੇ ਨੇ ਕਲੈਸਟੋਗੈਮਸ ਫਲਾਵਰਸ, ਜਿਹੜੇ ਕਲੈਸਟੋਗੈਮਸ ਫਲਾਵਰਸ ਨੇ ਉਹ ਕੀ ਆ ਭਾਵੇਂ ਪੋਲੀਨੇਸ਼ਨ ਹੋਈ ਹੋਵੇ ਨਾ ਹੋਈ ਹੋਵੇ ਦੇ ਰਿਮੇਨ ਕਲੋਜ਼ ਥਰੂ ਦੇਅਰ ਲਾਈਫ, ਠੀਕ ਹੈ। ਅਤੇ ਉਹ ਕਲੋਜ਼ਡ ਹੀ ਰਹਿੰਦੇ ਨੇ, ਠੀਕ ਹੈ। ਉਹ ਖੁੱਲ੍ਹਦੇ ਨਹੀਂ ਹੈਗੇ, ਆਪਦੇ ਐਂਥਰ ਸਟਿਗਮਾ ਨੂੰ ਐਕਸਪੋਜ਼ ਨਹੀਂ ਕਰਦੇ, ਤਾਂ ਉਹਨਾਂ ਦੇ ਵਿੱਚ ਜਿਹੜੇ ਕਲੈਸਟੋਗੈਮਸ ਫਲਾਵਰਸ ਨੇ ਜਦੋਂ ਹੁਣ ਆਪਾਂ ਨੂੰ ਪਤਾ ਕਿ ਉਹ ਐਕਸਪੋਜ਼ ਨਹੀਂ ਕਰਦੇ, ਉਹ ਖੁੱਲ੍ਹਦੇ ਹੀ ਨਹੀਂ ਹੈਗੇ, ਤਾਂ ਉਹਨਾਂ ਦੇ ਵਿੱਚ ਤਾਂ ਕੋਈ ਕ੍ਰੋਸ ਪੋਲਨ ਦਾ ਆ ਕੇ ਡਿੱਗਣਾ ਉਸ ਸਟਿਗਮਾ ਦੇ ਉੱਪਰ, ਜਾਂ ਉਸ ਪੋਲਨ ਦਾ ਉਸ ਫਲਾਵਰ ਦੇ ਪੋਲਨ ਦਾ ਕਿਸੇ ਕਿਤੇ ਹੋਰ ਜਾਣਾ, ਇਟ ਇਜ਼ ਨੋਟ ਇਵਨ ਪੋਸੀਬਲ, ਠੀਕ ਹੈ। ਕਿਉਂਕਿ ਉਹ ਇਨਵਾਇਰਨਮੈਂਟ ਦੇ ਨਾਲ ਜੁੜੇ ਹੀ ਨਹੀਂ ਹੋਏ, ਠੀਕ ਹੈ। ਕੋਈ ਕਨੈਕਸ਼ਨ ਹੀ ਨਹੀਂ ਹੈਗੇ ਉਹਨਾਂ ਦੇ ਸਰਾਊਂਡਿੰਗਸ ਦੇ ਨਾਲ। ਕੈਸਮੋਗੈਮਸ ਫਲਾਵਰਸ ਵਿਚ ਆਰ ਸਿਮਿਲਰ ਟੂ ਫਲਾਵਰ ਆਫ ਅਦਰ ਸਪੀਸ਼ੀਜ਼ ਵਿਦ ਐਕਸਪੋਜ਼ਡ ਐਂਥਰ ਐਂਡ ਸਟਿਗਮਾ। ਦੂਜੇ ਹੁੰਦੇ ਨੇ ਕਲੈਸਟੋਗੈਮਸ ਫਲਾਵਰਸ ਜਿਹੜੇ ਕਿ ਓਪਨ ਨਹੀਂ ਕਰਦੇ। ਇਨ ਸੱਚ ਫਲਾਵਰਸ ਦਾ ਐਂਥਰ ਐਂਡ ਦਾ ਸਟਿਗਮਾ ਲਾਈ ਕਲੋਜ਼ ਟੂ ਈਚ ਅਦਰ, ਠੀਕ ਹੈ। ਜਿਹੜੇ ਕਲੈਸਟੋਗੈਮਸ ਫਲਾਵਰਸ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਐਂਥਰ ਅਤੇ ਸਟਿਗਮਾ ਨੇ ਉਹ ਇੱਕ ਦੂਸਰੇ ਦੇ ਨੇੜੇ ਨੇੜੇ ਰਹਿੰਦੇ ਆ, ਤਾਂ ਕਰਕੇ ਉਹਨਾਂ ਦੀ ਪੋਲੀਨੇਸ਼ਨ ਹੋ ਸਕੇ। ਜਦੋਂ ਐਂਥਰ ਡਿਹਾਈਜ਼ ਕਰਦਾ ਹੈਗਾ ਫਲਾਵਰ ਬਰਡਸ ਦੇ ਵਿੱਚ, ਤਾਂ ਪੋਲਨ ਗ੍ਰੇਨ ਜਿਹੜਾ ਹੈਗਾ ਸਟਿਗਮਾ ਦੇ ਨਾਲ
ਕੰਟੈਕਟ ਦੇ ਵਿੱਚ ਆ ਜਾਂਦਾ ਅਤੇ ਇਹਦੇ ਨਾਲ ਕੀ ਹੋ ਜਾਂਦੀ ਆ, ਪੋਲੀਨੇਸ਼ਨ ਹੋ ਜਾਂਦੀ ਆ। ਤਾਂ ਆਪਾਂ ਕੀ ਕਹਿ ਸਕਦੇ ਹਾਂ, ਜਿਹੜੇ ਕਲਸਟਰਗੈਮਸ ਫਲਾਵਰਸ ਨੇ ਉਹ ਕੀ ਇਨਵੇਰੀਏਬਲੀ ਔਰ ਯੂ ਕੈਨ ਸੇ ਐਕਸਕਲੂਸਿਵਲੀ ਆਟੋਗੈਮਸ ਨੇ, ਠੀਕ ਹੈ। ਉਹਨਾਂ ਦੇ ਵਿੱਚ ਕੋਈ ਹੋਰ ਤਰ੍ਹਾਂ ਦੀ ਪੋਲੀਨੇਸ਼ਨ ਹੋ ਹੀ ਨਹੀਂ ਸਕਦੀ, ਕੋਈ ਚਾਂਸ ਹੀ ਨਹੀਂ ਹੈਗਾ ਕ੍ਰੋਸ ਪੋਲਨ ਦਾ ਸਟਿਗਮਾ ਦੇ ਉੱਪਰ ਆ ਕੇ ਡਿੱਗਣ ਦਾ, ਠੀਕ ਹੈ। ਕਲਸਟਰਗੈਮਸ ਫਲਾਵਰਸ ਜਿਹੜੇ ਆ ਉਹ ਕੀ ਆ, ਸ਼ਾਰਟ ਸੀਡ ਸੈਟ ਪ੍ਰੋਡਿਊਸ ਕਰਦੇ ਆ, ਮਤਲਬ ਕੋਈ ਪੋਲੀਨੇਟਰ ਹੋਵੇ ਨਾ ਹੋਵੇ, ਠੀਕ ਹੈ, ਹਵਾ ਚੱਲੀ ਨਾ ਹੋਵੇ, ਚੱਲੇ ਕੋਈ ਐਨੀਮਲ ਉਹਨਾਂ ਦੇ ਉੱਪਰ ਵਿਜ਼ਿਟ ਕਰੇ ਨਾ ਕਰੇ, ਉਹਨਾਂ ਦੇ ਵਿੱਚ ਬੀਜ ਤਾਂ ਬਣ ਹੀ ਜਾਣਾਗਾ, ਠੀਕ ਹੈ, ਕਿਉਂਕਿ ਉਹਨਾਂ ਦਾ ਸਭ ਕੁਝ ਆਪਸ ਦੇ ਵਿੱਚ ਹੀ ਹੋਈ ਜਾਂਦਾ ਗਾ, ਠੀਕ ਹੈ। ਡੂ ਯੂ ਥਿੰਕ ਦੈਟ ਕਲਸਟਰਗੈਮਸ ਐਡਵਾਂਟੇਜਸ ਔਰ ਡਿਸਐਡਵਾਂਟੇਜਸ? ਇਹਦੀ ਐਡਵਾਂਟੇਜ ਹੈਗੀ ਕਿ ਇਹਦੇ ਵਿੱਚ ਅਸ਼ੋਰਡ ਸੀਡ ਸੈਟ ਬਣੂਗਾ, ਰਾਈਟ, ਐਂਡ ਇਹਨਾਂ ਦੇ ਵਿੱਚ ਕਿਸੇ ਪੋਲੀਨੇਟਰ ਦੀ ਲੋੜ ਨਹੀਂ ਪਊਗੀ। ਦਿਸ ਆਰ ਦੇਅਰ ਐਡਵਾਂਟੇਜਸ, ਬਟ ਇਹਨਾਂ ਦੀਆਂ ਐਡਵਾਂਟੇਜਸ ਨਾਲੋਂ ਜ਼ਿਆਦਾ ਡਿਸਐਡਵਾਂਟੇਜਸ ਹੁੰਦੀਆਂ ਨੇ, ਅਤੇ ਇਹਨਾਂ ਦੀਆਂ ਡਿਸਐਡਵਾਂਟੇਜਸ ਜ਼ਿਆਦਾ ਘਾਤਕ ਹੁੰਦੀਆਂ ਨੇ ਐਜ਼ ਕੰਪੇਅਰ ਟੂ ਕਿ ਜਿੰਨੀਆਂ ਐਡਵਾਂਟੇਜਸ ਯੂਜ਼ਫੁਲ ਹੁੰਦੀਆਂ ਨੇ ਇਹਨਾਂ ਦੀਆਂ, ਉਹ ਤੋਂ ਵੱਧ ਇਹਨਾਂ ਦੀਆਂ ਡਿਸਐਡਵਾਂਟੇਜਸ ਡੇਂਜਰਸ ਹੁੰਦੀਆਂ ਨੇ, ਠੀਕ ਹੈ। ਇਹਦੇ ਨਾਲ ਇਨਬ੍ਰੀਡਿੰਗ ਡਿਪਰੈਸ਼ਨ ਆ ਜਾਂਦਾ, ਇਹਦੇ ਨਾਲ ਕਾਫੀ ਸਾਰੇ ਡਿਸੀਜ਼ਸ ਜਾਨ ਲੈ ਲੈਂਦੀਆਂ ਨੇ, ਠੀਕ ਹੈ। ਪਲਾਂਟ ਦੀ ਇਮਿਊਨਿਟੀ ਘੱਟ ਜਾਂਦੀ ਆ, ਬਹੁਤ ਸਾਰੇ ਡਿਸਐਡਵਾਂਟੇਜਸ ਹੁੰਦੀ ਆ ਇਹਦੇ ਨਾਲ, ਠੀਕ ਹੈ। ਯੀਲਡ ਘੱਟ ਜਾਂਦੀ ਆ। ਨੈਕਸਟ ਇਜ਼ ਡਿਟੋਨੋਗਾਮੀ, ਠੀਕ ਹੈ। means transfer of the pollen grain from the anther to the stigma of another flower of the same plant, मतलब कि plant same ਆ बट फ्लावर अलग अलग आ, ठीक है। ਹਾਲਾਂਕਿ ਜਿਹੜੀ ਡਿਟੋਨੋਗਾਮੀ ਆ ਫੰਕਸ਼ਨਲੀ ਕ੍ਰੋਸ ਪੋਲੀਨੇਸ਼ਨ ਹੈ, ਫੰਕਸ਼ਨਲੀ ਕਿਉਂਕਿ ਉਹਨੂੰ ਕੀ ਆ, ਕਿਸੇ ਪੋਲੀਨੇਟਿੰਗ ਏਜੰਟ ਦੀ ਲੋੜ ਪਈ ਆ, ਬਟ ਜੈਨੇਟਿਕਲੀ ਉਹ ਕੀ ਆ, ਸੈਲਫ ਪੋਲੀਨੇਸ਼ਨ ਆ, ਕਿਉਂਕਿ ਗਈ ਤਾਂ ਉਹ ਆਪਦੇ ਹੀ ਪੈਰੈਂਟ ਦੇ ਬੱਚੇ ਕੋਲ ਨਾ, ਠੀਕ ਹੈ। ਤਾਂ ਕਹਿ ਸਕਦੇ ਹੋ ਜੈਨੇਟਿਕਲੀ ਇਟ ਇਜ਼ ਸਿਮਿਲਰ ਟੂ ਦ ਆਟੋਕੈਮੀ, ਅਤੇ ਜਿਹੜੇ ਪੋਲਨ ਗ੍ਰੇਨਸ ਨੇ, ਕਿਉਂਕਿ ਜਿਹੜੇ ਪੋਲਨ ਗ੍ਰੇਨਸ ਨੇ ਉਹ ਕੀ ਆ, ਸੇਮ ਪਲਾਂਟ ਦੇ ਸਟਿਗਮਾ ਨਾਲ ਕੰਟੈਕਟ ਦੇ ਵਿੱਚ ਆਉਂਦੇ ਨੇ। ਤਾਂ ਆਪਾਂ ਕਹਿ ਸਕਦੇ ਕਿ ਸਭ ਤੋਂ ਜ਼ਿਆਦਾ ਡਿਸਐਡਵਾਂਟੇਜਸ ਜੇ ਆਪਾਂ ਗੱਲ ਕਰੀਏ ਤਾਂ ਡਿਟੋਨੋਗਾਮੀ ਹੋਊਗੀ, ਕਿਉਂਕਿ ਉਹ ਡਿਸਐਡਵਾਂਟੇਜਸ ਤਾਂ ਆਪਾਂ ਨੂੰ ਇਹਦੇ ਵਿੱਚ ਦੇਖਣ ਨੂੰ ਮਿਲਣਗੇ ਹੀ ਮਿਲਣਗੇ ਜਿਹੜੇ ਆਪਾਂ ਨੂੰ ਆਟੋਕੈਮੀ ਦੇ ਵਿੱਚ ਦੇਖਣ ਨੂੰ ਮਿਲੇ ਆ, ਨਾਲ ਹੀ ਆਪਾਂ ਨੂੰ ਇਹਦੇ ਵਿੱਚ ਉਹ ਐਡਵਾਂਟੇਜਸ ਵੀ ਨਹੀਂ ਦੇਖਣ ਨੂੰ ਮਿਲਦੇ ਜਿਹੜੇ ਆਟੋਕੈਮੀ ਦੇ ਵਿੱਚ ਹੁੰਦੇ ਆ, ਲਾਈਕ ਸ਼ਾਰਟ ਸੀਡ ਸੈਟ, ਉਹ ਨਹੀਂ ਆਪਾਂ ਨੂੰ ਦੇਖਣ ਨੂੰ ਮਿਲੂਗਾ, ਕਿਉਂਕਿ ਜ਼ਰੂਰੀ ਥੋੜ੍ਹੀ ਹੈ ਕਿ ਜਾਵੇ ਨਾ ਜਾਵੇ, ਰਾਈਟ। ਐਂਡ ਪੋਲੀਨੇਟਿੰਗ ਏਜੰਟ ਦੇ ਵਿੱਚ ਵੀ ਪੋਲੀਨੇਟਿੰਗ ਏਜੰਟ ਦੀ ਵੀ ਇਹਨੂੰ ਲੋੜ ਪੈਂਦੀ ਹੈ, ਤਾਂ ਉਹ ਐਡਵਾਂਟੇਜ ਵੀ ਬਿਲਕੁਲ ਨਹੀਂ ਹੋਊਗਾ। ਨੈਕਸਟ ਇਜ਼ ਜ਼ੀਨੋਗਾਮੀ, ਟ੍ਰਾਂਸਫਰ ਆਫ ਪੋਲਨ ਗ੍ਰੇਨ ਫਰੋਮ ਦ ਐਂਥਰ ਟੂ ਦ ਸਟਿਗਮਾ ਆਫ ਅ ਡਿਫਰੈਂਟ ਪਲਾਂਟ, ਠੀਕ ਹੈ। ਇੱਕ ਪਲਾਂਟ ਦੇ ਫਲਾਵਰ ਦੇ ਐਂਥਰ ਤੋਂ ਦੂਜੇ ਪਲਾਂਟ ਦੇ ਫਲਾਵਰ ਦੇ ਸਟਿਗਮਾ ਤੱਕ ਪੋਲਨ ਗ੍ਰੇਨ ਦਾ ਟ੍ਰਾਂਸਫਰ, ਹੁਣ ਆਪਾਂ ਕਹਿੰਦੇ ਹਾਂ ਜ਼ੀਨੋਗਾਮੀ, ਠੀਕ ਹੈ। ਇਹਦੇ ਵਿੱਚ ਇਹ ਸਿਰਫ ਇਕੱਲੀ ਪੋਲੀਨੇਸ਼ਨ ਆ ਜਿਹਦੇ ਵਿੱਚ ਕੀ ਹੈ, ਜੈਨੇਟਿਕਲੀ ਡਿਫਰੈਂਟ ਪੋਲਨ ਗ੍ਰੇਨਸ ਸਟਿਗਮਾ ਤੱਕ ਪਹੁੰਚਦੇ ਨੇ, ਕਿਉਂਕਿ ਬਾਕੀ ਦੇ ਉਹਦੇ ਵਿੱਚ ਤਾਂ ਸੇਮ ਜੈਨੇਟਿਕ ਮਟੀਰੀਅਲ ਹੁੰਦਾ ਨਾ, ਕਿਉਂਕਿ ਸੇਮ ਪਲਾਂਟ ਤੋਂ ਬਿਲੋਂਗ ਕਰਦੇ ਹੁੰਦੇ ਨੇ ਉਹ। ਅਤੇ ਇਹ 'ਚ ਆਪਾਂ ਨੂੰ ਕੁਛ ਫੋਟੋਜ਼ ਦਿੱਤੀਆਂ ਹੋਈਆਂ ਨੇ। ਦਿਸ ਇਜ਼ ਦ ਕਲੋਜ਼ ਫਲਾਵਰਸ ਜਿਹਦੇ ਵਿੱਚ ਬਡ ਪੋਲੀਨੇਸ਼ਨ ਹੁੰਦੀ ਹੈ, ਪਾਈਜ਼ਮ ਸੈਟਾਈਵਮ ਪੀ ਦਾ ਫਲਾਵਰ ਆ। ਅੱਗੇ ਆਪਾਂ ਨੂੰ ਓਪਨ ਫਲਾਵਰ ਦਿੱਤਾ ਹੋਏਗਾ ਸਨਫਲਾਵਰ, ਅਤੇ ਅੱਗੇ ਆਪਾਂ ਨੂੰ ਵਾਇਲਾ ਆਕਸਾਲਿਸ ਔਰ ਕਾਮਨਲੀ ਨੈਚੁਰਸ ਦੀ ਫੋਟੋ ਦਿੱਤੀ ਹੋਈ ਆ, ਜਿਹਦੇ ਵਿੱਚ ਕਿ ਦੋ ਤਰ੍ਹਾਂ ਦੇ ਫਲਾਵਰ ਨੇ, ਕੈਸਮੋਗੈਮਸ ਅਤੇ ਕਲੈਸਟੋਗੈਮਸ।